ਬੜਾ ਅੱਛਾ ਲੱਗਦਾ ਹੈ ਜਦੋਂ ਤੁਸੀਂ ਤਾਰੀਫ ਕਰਦੇ ਹੋ। ਪਲੀਜ਼ ਹਮੇਸ਼ਾ ਫੀਡਬੈਕ ਦਿਆ ਕਰੋ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ, ਮੈਂ ਨਮਸਕਾਰ ਜਾਲੀ, ਹਮੇਸ਼ਾ ਦੀ ਤੁਹਾਡਾ ਸਵਾਗਤ। ਅਗਰ ਤੁਸੀਂ ਯੂਕੇ 'ਚ ਕਿਸੇ ਵੀ ਦੁਨੀਆ ਦੇ ਕਾਲਜ ਦੇਖਦੇ ਹੋ, ਬੜਾ ਨਿੱਘਾ ਤੁਹਾਡਾ ਸਵਾਗਤ ਕਰਦੇ ਹਾਂ। ਮੈਂ ਐਵਰੀ ਟਾਈਮ ਕਹਿੰਦਾ ਹੁੰਦਾ ਕਿ ਸਾਡੇ ਗੈਸਟ ਤਰ੍ਹਾਂ ਦੇ ਇੰਟੈਲੈਕਚੁਅਲ ਗੈਸਟ ਮੈਂ ਲੈ ਕੇ ਆਉਣਾ। ਲਾਸਟ ਵੀਕ ਤੁਹਾਨੂੰ ਪਤਾ ਕਿ ਮੈਂ ਡੈਂਟਿਸਟ ਲੈ ਕੇ ਆਇਆ ਸੀਗਾ, ਡਾਕਟਰ ਕਪੂਰ। ਲੋਕਾਂ ਨੇ ਬੜਾ ਐਪਰੀਸ਼ੀਏਟ ਕੀਤਾ ਕਿ ਤੂੰ ਡਿਫਰੈਂਟ ਮੈਡੀਕਲ ਟੀਮ ਲੈ ਕੇ ਆਉਣਾ, ਡਿਫਰੈਂਟ ਬਿਮਾਰੀਆਂ ਦੀਆਂ ਗੱਲਾਂ ਕਰਦਾ, ਪਰ ਤੁਸੀਂ ਕਦੇ ਵੀ ਕਾਲ ਕਰਕੇ ਆਪਣਾ ਫੀਡਬੈਕ ਨਹੀਂ ਦਿੰਦੇ। ਜਦੋਂ ਮੈਨੂੰ ਪਰਸਨਲੀ ਮਿਲਦੇ ਹੋ ਫਿਰ ਤੁਸੀਂ ਮੈਨੂੰ ਕਹਿੰਦੇ ਭਾਜੀ ਤੁਹਾਡਾ ਸ਼ੋਅ ਬੜਾ ਅੱਛਾ ਸੀਗਾ। ਬੜਾ ਅੱਛਾ ਲੱਗਦਾ ਜਦੋਂ ਤੁਸੀਂ ਤਾਰੀਫ ਕਰਦੇ ਹੋ। ਪਲੀਜ਼ ਹਮੇਸ਼ਾ ਫੀਡਬੈਕ ਦਿਆ ਕਰੋ ਤਾਂ ਕਿ ਮੈਨੂੰ ਪਤਾ ਲੱਗੇ ਜੋ ਮੈਂ ਸ਼ੋਅ ਇੰਨਾ ਹਾਰਡ ਵਰਕ ਕਰਕੇ ਲੈ ਕੇ ਆਉਣਾ ਤੁਹਾਡੇ ਪਸੰਦ ਹੈਗਾ ਨਹੀਂ ਹੈਗਾ, ਉਹਦੇ 'ਚ ਕੋਈ ਇੰਪਰੂਵਮੈਂਟ ਕਰਨੀ ਹੋਵੇ ਉਹ ਅਸੀਂ ਕਰ ਸਕਦੇ ਹਾਂ। ਅੱਜ ਦਾ ਮੁੱਦਾ ਵੀ ਕੁਛ ਬੜਾ ਦੇਖੋ, ਅਕਾਲ ਚੈਨਲ ਹਰ ਦਫਾ ਆਪਣੀ ਕਮਿਊਨਿਟੀ, ਸਪੈਸ਼ਲੀ ਏਸ਼ੀਅਨ ਕਮਿਊਨਿਟੀ ਨੂੰ ਔਰ ਸਪੈਸ਼ਲੀ ਸਿੱਖਾਂ ਨੂੰ ਬੜੀ ਮਦਦ ਕਰਦੀ ਹੈ। ਕਿਸੇ ਤਰ੍ਹਾਂ ਮੁੱਦਾ ਕਿਸੇ ਵੀ ਦੁਨੀਆ ਦੇ ਕੋਨੇ 'ਚ ਹੋਇਆ, ਅਕਾਲ ਚੈਨਲ ਨੇ ਹਮੇਸ਼ਾ ਉਹਨਾਂ ਨੂੰ ਆਪਣਾ ਪਲੇਟਫਾਰਮ ਦਿੱਤਾ ਕਿ ਆਪਣੀ ਆਵਾਜ਼ ਉਠਾ ਕੇ ਜੋ ਵੀ ਉਹਨਾਂ ਦਾ ਇਸ਼ੂ ਹੈ ਦੁਨੀਆ ਤੱਕ ਪਹੁੰਚਾ ਸਕਣ। ਮੈਂ ਬਹੁਤੀ ਗੱਲਬਾਤ ਨਹੀਂ ਕਰਾਂਗਾ, ਮੈਂ ਚਾਹਾਂਗਾ ਕਿ ਮੇਰੇ ਗੈਸਟ ਨੂੰ ਇੰਟਰੋਡਿਊਸ ਕਰਕੇ ਤੇ ਉਹਨਾਂ ਨਾਲ ਡਿਸਕਸ ਕਰਾਂਗੇ ਕਿ ਕੀ ਇਸ਼ੂ ਹੈਗਾ, ਬੜਾ ਇੰਪੋਰਟੈਂਟ। ਉਮੀਦ ਰੱਖਦਾ ਕਿ ਜਿਹੜੇ ਵੀ ਤੁਸੀਂ ਦੇਖ ਰਹੇ ਹੋ, ਅਗਰ ਕੋਈ ਵੀ ਇਹਨਾਂ ਨੂੰ ਕਿਸੇ ਤਰੀਕੇ ਦਾ ਗਾਈਡ ਕਰ ਸਕੇ, ਸੁਜੈਸਟ ਕਰ ਸਕੇ, ਕਮਿਊਨਿਟੀ ਦਾ ਇਸ਼ੂ ਹੈਗਾ ਤੇ ਅੱਛਾ ਲੱਗੇਗਾ। ਡਾਕਟਰ ਰਜਿੰਦਰਪਾਲ ਸਿੰਘ, ਹੀ ਇਜ਼ ਅ ਟ੍ਰਾਂਸਪਲਾਂਟ ਸਰਜਨ। ਭਾਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਜੀ ਪਹਿਲੇ ਤਾਂ ਤੁਸੀਂ ਜਾਣੇ ਪਛਾਣੇ ਹਸਤੀ ਹੋ, ਆ ਚੁੱਕੇ ਹੋ। ਜ਼ਰਾ ਕੋਵਿਡ ਤੋਂ ਪਹਿਲਾਂ ਆਏ ਸੀ, ਮਤਲਬ ਕੋਵਿਡ ਦੇ ਦਰਮਿਆਨ, ਅਤੇ ਉਦੋਂ ਵੀ ਥੋੜ੍ਹਾ ਬਹੁਤਾ ਅਸੀਂ ਡਿਸਕਸ ਕੀਤਾ ਸੀਗਾ। ਮੈਨੂੰ ਲੱਗਦਾ ਅਸੀਂ ਥੋੜ੍ਹਾ ਬਹੁਤਾ ਆਪਾਂ ਸ਼ੁਰੂ ਤੋਂ ਕਰੀਏ। ਭਾਜੀ ਥੋੜ੍ਹਾ ਬਹੁਤਾ ਤੁਸੀਂ ਦੱਸੋ ਕਿ ਤੁਹਾਡਾ ਜਨਮ ਕਿੱਥੇ, ਤੁਸੀਂ ਪੜ੍ਹੇ ਵਗੈਰਾ, ਕਦੋਂ ਤੁਸੀਂ ਮੈਡੀਸਨ ਵਗੈਰਾ ਕੀਤੀ ਔਰ ਕਿਉਂ ਕੀਤੀ, ਉਹਦੇ ਬਾਰੇ ਥੋੜ੍ਹਾ ਬਹੁਤਾ ਕਵਰ ਕਰੋ। ਥੈਂਕ ਯੂ ਪਾਲੀ ਜੀ, ਤੇ ਦਰਸ਼ਕਾਂ ਨੂੰ ਤੇ ਅਕਾਲ ਚੈਨਲ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਮੇਰਾ ਜਨਮ ਜੀ ਭੁਵਨੇਸ਼ਵਰ ਹੋਇਆ ਹੈਗਾ। ਅਸੀਂ ਉੱਦਾਂ ਰਾਵਲਪਿੰਡੀ ਦੇ ਹਾਂ। ਫਾਦਰ ਇਮੀਗ੍ਰੇਟਡ ਆਫਟਰ ਦਾ ਪਾਰਟੀਸ਼ਨ ਆਫ ਇੰਡੀਆ। ਤੇ ਮੈਂ ਕਟਕ ਮੈਡੀਕਲ ਕਾਲਜ ਤੋਂ MBBS ਕੀਤੀ ਹੈ ਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ AMU ਤੋਂ ਮੈਂ ਮਾਸਟਰ ਆਫ ਸਰਜਰੀ ਕੀਤੀ ਹੈ। ਫਿਰ ਮੈਂ UK ਆਇਆ ਸੀ। ਇੱਥੇ ਥੋੜੇ ਚਿਰ ਕੰਮ ਕਰਕੇ ਫਿਰ ਮੈਂ ਐਬਡੋਮੀਨਲ ਟ੍ਰਾਂਸਪਲਾਂਟ ਫੈਲੋਸ਼ਿਪ ਦੀ ਟ੍ਰੇਨਿੰਗ ਕਿਹੜੇ ਸਾਲ ਆਏ ਸੀ ਤੁਸੀਂ? ਮੈਂ 2003 ਵਿੱਚ ਆਇਆ ਸੀ UK। ਅੱਛਾ, ਹਾਂਜੀ। ਤੇ ਨੋਟਿੰਗਹਮ ਤੇ ਕੋਵੈਂਟਰੀ ਕੰਮ ਕਰਕੇ ਫਿਰ ਮੈਂ ਅਮਰੀਕਾ ਚਲਾ ਗਿਆ ਸੀ। ਉੱਥੇ ਫਿਰ ਮੈਂ ਐਬਡੋਮੀਨਲ ਆਰਗਨ ਟ੍ਰਾਂਸਪਲਾਂਟ, ਲਿਵਰ, ਕਿਡਨੀ, ਪੈਨਕ੍ਰੀਅਸ ਦੀ ਫੈਲੋਸ਼ਿਪ ਕੀਤੀ ਸੀ। ਤੇ ਫਿਰ 2011 ਵਿੱਚ ਆਈ ਹੈਵ ਕਮ ਬੈਕ ਟੂ UK ਐਂਡ ਆਈ ਐਮ ਅ ਕੰਸਲਟੈਂਟ ਟ੍ਰਾਂਸਪਲਾਂਟ ਸਰਜਨ ਫॉर द ਲਾਸਟ 10 ਇਅਰਸ। ਤੇ ਮੈਨਚੈਸਟਰ 'ਚ 6 ਸਾਲ ਹੋ ਗਿਆ ਮੈਂ ਕੰਮ ਕਰ ਰਿਹਾ। ਭਾਜੀ ਜਦੋਂ ਤੁਸੀਂ ਸਟਾਰਟ ਕੀਤਾ ਸੀਗਾ, ਨੈਚੁਰਲੀ ਤੁਸੀਂ ਬੜੇ ਪ੍ਰੋਫੈਸ਼ਨਲ ਮੈਡੀਕਲ, ਤੁਸੀਂ ਆਪਣੀ ਪ੍ਰੋਫੈਸ਼ਨ ਸੀ ਤੁਹਾਡਾ। ਜਦੋਂ ਪਹਿਲਾਂ ਏਸ਼ੀਅਨ ਕਮਿਊਨਿਟੀ ਆਈ, ਮੈਂ 100 ਸਾਲ ਦੀ ਗੱਲ ਕਰਦਾ, 60-70 ਦੇ ਵਿੱਚ, ਉਦੋਂ ਬੜੀ ਤਕਲੀਫ ਵਗੈਰਾ ਹੁੰਦੀ ਸੀ। ਤੁਹਾਡਾ ਬੜਾ ਪ੍ਰੋਫੈਸ਼ਨਲ ਜੋਬ ਹੈ। ਤੁਹਾਨੂੰ ਕੋਈ ਇਸ ਤਰ੍ਹਾਂ ਦੀ ਦਿੱਕਤ ਵਗੈਰਾ ਆਈ ਸੀਗੀ ਆਪਣੇ ਆਪ ਨੂੰ ਸਿੱਖੀ ਰੂਪ ਦੇ ਵਿੱਚ ਪ੍ਰੈਜ਼ੈਂਟ ਕਰਨ ਦੇ ਵਿੱਚ ਕਿਸੇ ਤਰੀਕੇ ਦਾ? ਨਹੀਂ ਜੀ, ਐਸੀ ਕੋਈ ਇਸ਼ੂਜ਼ ਨਹੀਂ ਆਏ। ਐਕਚੁਅਲੀ ਮੈਂ ਜਿਸ ਵੇਲੇ ਮੇਰੀ ਪਹਿਲੀ ਜੌਬ ਸੀ ਗਾਇਜ਼ ਐਂਡ ਸੇਂਟ ਥਾਮਸ ਹਸਪੀਟਲ ਲੰਡਨ, ਤੇ ਇੱਕ ਐਲਟਰੁਇਸਟਿਕ ਡੋਨਰ ਸੀਗਾ ਜਿਹਨੇ ਕਿਡਨੀ ਡੋਨੇਟ ਕੀਤੀ ਸੀ ਤੇ ਮੈਂ ਉਹਦੀ ਕਿਡਨੀ ਕੱਢੀ ਸੀ ਲੈਪਰੋਸਕੋਪਿਕਲੀ। ਉਹ ਬਹੁਤ ਫੇਮਸ ਪ੍ਰੋਗਰਾਮ BBC ਚੈਨਲ 4 'ਚ ਬਣਿਆ ਸੀ ਐਂਡ ਐਜ਼ ਅ ਸਿੱਖ ਇਟ ਵਾਜ਼ ਹਾਈਲੀ ਰਿਗਾਰਡਡ। ਤੇ ਮੇਰੇ ਕੋਲੀਗਸ ਵਗੈਰਾ ਨੇ ਵੀ ਐਪਰੀਸ਼ੀਏਟ ਕੀਤਾ ਸੀ ਬਿਕੋਜ਼ ਆਈ ਟੋਲਡ ਦੈਮ। ਉਹਨਾਂ ਨੇ ਪੁੱਛਿਆ ਸੀਗਾ ਕਿ ਇੱਕ ਐਲਟਰੁਇਸਟਿਕ ਡੋਨਰ ਹੈ ਜਿਹੜਾ ਐਵੇਂ ਕਿਡਨੀ ਡੋਨੇਟ ਕਰ ਰਿਹਾ ਸਟ੍ਰੇਂਜਰ ਨੂੰ, ਵਾਟ ਡੂ ਯੂ ਥਿੰਕ ਅਬਾਊਟ ਇਟ? ਤੇ ਮੈਂ ਕਿਹਾ ਵੈਲ ਐਜ਼ ਅ ਸਿੱਖ I am very much in favor of it because that is Sikhism all about. We are about serving others and ਜੇ ਇੱਕ ਬੰਦਾ ਨਿਸਵਾਰਥ ਭਾਵ ਵਿੱਚ ਦੂਜੇ ਦੀ ਹੈਲਪ ਕਰ ਸਕਦਾ ਹੈ, ਇਸ ਤੋਂ ਵੱਡੀ ਸੇਵਾ ਕੀ ਹੋ ਸਕਦੀ ਹੈ? ਸੋ that still on the record and it went very well. ਸੋ ਉਹਦਾ ਕੋਈ ਇਸ਼ੂ ਤੇ ਨਹੀਂ ਆਏ, ਬਟ ਹੁਣ ਪੈਂਡੇਮਿਕ ਦੇ ਵਿੱਚ ਕੁਝ ਇਸ਼ੂਜ਼ ਆਏ ਨੇ ਜਿਹੜਾ ਮੈਂ ਚੈਨਲ ਤੁਹਾਡੇ ਦੁਆਰਾ ਸਾਰਿਆਂ ਨਾਲ ਮੈਂ ਡਿਸਕਸ ਕਰਨੀ ਚਾਹਾਂਗਾ। ਜਿੱਦਾਂ ਭਾਜੀ ਜਦੋਂ ਤੁਸੀਂ ਮੈਡੀਕਲ ਦੇ ਵਿੱਚ ਗਏ ਹੋ, ਸਪੈਸ਼ਲੀ ਟ੍ਰਾਂਸਪਲਾਂਟ ਦਾ ਸਰਜਨ ਬਣਨਾ ਬੜਾ ਵੱਡਾ ਇਹ ਜੋ ਹੈਗਾ ਇੱਕ ਪ੍ਰੋਫੈਸ਼ਨ। ਤੁਹਾਡੀ ਫੈਮਿਲੀ 'ਚ ਕੋਈ ਸੀਗਾ? ਤੁਸੀਂ ਕਿੱਦਾਂ ਡਿਸਾਈਡ ਕਰਿਆ ਕਿ ਤੁਸੀਂ ਇਹ ਬਣਨਾ ਚਾਹੁੰਦੇ ਹੋ? ਕਿਉਂਕਿ ਮੈਂ ਬੜੀ ਫਖਰ ਵਾਲੀ ਗੱਲ ਹੈ ਆਪਣਾ ਸਰਦਾਰ ਐਸੇ ਅਹੁਦੇ 'ਤੇ ਪਹੁੰਚੇ ਹੋਵੇ ਔਰ ਅਸੀਂ ਕਾਲ ਚੈਨਲ 157 ਕੰਟਰੀਆਂ 'ਚ ਆਵਾਜ਼ ਪਹੁੰਚ ਰਹੀ ਹੈ ਐਂਡ ਆਮ ਸ਼ੋਰ ਤੁਹਾਡੀ ਅਵੇਅਰਨੈਸ ਲੈ ਕੇ ਆ ਰਹੇ ਹਾਂ ਕਿ ਸਾਡੀ ਬੜੀ ਲੋੜ ਹੈ ਪੋਲੀਟਿਕਸ ਵਿੱਚ, ਮੈਡੀਸਨ ਦੇ ਵਿੱਚ, ਕਿਸੇ ਬਿਜ਼ਨਸ ਵਿੱਚ ਤੁਸੀਂ ਆਉਂਦੇ ਹੋ। ਅਸੀਂ ਕਾਲ ਚੈਨਲ ਹਮੇਸ਼ਾ ਅੱਗੇ ਲੈ ਕੇ ਜਾਂਦੇ ਤਾਂ ਕਿ ਦੁਨੀਆ ਨੂੰ ਪਤਾ ਲੱਗੇ। ਜੀ, ਮੈਂ ਜਨਰਲ ਸਰਜਰੀ ਕੀਤੀ ਸੀ, MS ਕੀਤੀ ਸੀ ਅਲੀਗੜ੍ਹ ਤੋਂ। ਦੈਨ ਆਈ ਹੈਵ ਵਰਕਡ ਇਨ ਪੰਜਾਬ ਇਨ ਅੰਮ੍ਰਿਤਸਰ ਡਿਸਟ੍ਰਿਕਟ ਫॉर 3 ਇਅਰਸ ਆਫਟਰ ਦੈਟ। ਤੇ ਉਸ ਦੌਰਾਨ ਮੇਰੇ ਮਨ ਵਿੱਚ ਇੱਛਾ ਸੀਗੀ ਕਿ ਮੈਂ
ਕੋਈ ਐਸੀ ਫੀਲਡ ਲਵਾਂ ਜਿਹਦੇ ਵਿੱਚ ਇੰਡੀਆ ਵਿੱਚ ਕੰਮ ਘੱਟ ਹੈਗਾ ਤੇ ਪ੍ਰੋਗਰੈਸ ਦੀ ਲੋੜ ਹੈ। ਸੋ ਟ੍ਰਾਂਸਪਲਾਂਟੇਸ਼ਨ ਵਾਸ ਐਨ ਇੰਪੋਰਟੈਂਟ ਸਬਜੈਕਟ ਐਂਡ ਵੈਰੀ ਐਕਸਾਈਟਿੰਗ। ਇਸ ਕਰਕੇ ਮੈਂ ਉਹ ਆਪਣੇ ਮਾਈਂਡ ਵਿੱਚ ਲੈ ਕੇ ਫਿਰ ਮੈਂ ਬਾਹਰਲੇ ਮੁਲਕਾਂ ਵਿੱਚ ਆਇਆ ਸੀ। ਐਂਡ ਤੁਹਾਡੀ ਗੱਲ ਠੀਕ ਹੈ, ਇਟ ਹੈਜ਼ ਨਾਟ ਬੀਨ ਅ ਵੈਰੀ ਈਜ਼ੀ ਰਾਊਟ, ਬਟ ਜੇ ਮਾਪਿਓ ਦਾ ਗੁਰੂ ਦਾ ਆਸ਼ੀਰਵਾਦ ਹੋਵੇ ਤੇ ਬੰਦਾ ਮਿਹਨਤ ਕਰੇ ਤੇ ਪੋਸੀਬਲ ਹੈਗਾ। ਐਂਡ ਵਿਦ ਦ ਲਵ ਆਫ ਮਾਈ ਪੇਸ਼ੈਂਟਸ ਐਂਡ ਬੈਸਟ ਵਿਸ਼ੇਸ I was able to become a safe and a good quality transplant surgeon in the United Kingdom. ਨਹੀਂ, ਜਿੱਦਾਂ ਰਜਿੰਦਰ ਜੀ ਮੈਂ ਕਿਹਾ, ਬਹੁਤ ਫਖਰ ਵਾਲੀ ਗੱਲ ਹੈ ਇੱਕ ਟ੍ਰਾਂਸਪਲਾਂਟ ਸਰਜਨ ਬਣਨਾ, ਬਹੁਤ ਮਿਹਨਤ ਵਾਲੀ ਗੱਲ ਹੈ। ਪਹਿਲਾਂ ਤਾਂ ਇੰਡੀਆ 'ਚ ਤੁਸੀਂ ਸਟਾਰਟ ਕੀਤਾ, ਫਿਰ ਇੱਥੇ ਆਣ ਕੇ ਦੁਬਾਰਾ ਐਸਟੈਬਲਿਸ਼ ਹੋਏ। ਅੱਛਾ ਕਿ ਤੁਹਾਨੂੰ ਬੜੀ ਦਿੱਕਤ ਵਗੈਰਾ ਨਹੀਂ ਹੋਈ, ਲੇਕਿਨ ਨਵੀਂ ਕੰਟਰੀ 'ਚ ਆਣ ਕੇ ਕਾਫੀ ਪ੍ਰੋਬਲਮ ਹੁੰਦੀਆਂ ਨੇ, ਪਰ ਤੁਸੀਂ ਉਹ ਪਾਸ ਕੀਤੀਆਂ। ਹੁਣ ਅਸੀਂ ਥੋੜ੍ਹਾ ਬਹੁਤਾ ਜਿਹੜਾ ਤੁਹਾਡਾ ਦੇਖੋ, ਅਕਾਲ ਚਲਨ ਮੈਂ ਪਹਿਲਾਂ ਸ਼ੁਰੂਆਤ 'ਚ ਕਹਿ ਕੇ ਹਟਿਆ, ਅਕਾਲ ਚਲਨ ਕਿਸੇ ਤਰ੍ਹਾਂ ਦੀ ਕੋਈ ਮੁੱਦਾ ਕਿਸੇ ਦੁਨੀਆ 'ਚ ਹੁੰਦਾ ਹੋਵੇ, ਸਪੈਸ਼ਲੀ ਆਪਣੀ ਕਮਿਊਨਿਟੀ ਨਾਲ, ਅਸੀਂ ਉਹਨੂੰ ਪਲੇਟਫਾਰਮ ਦਿੰਦੇ ਹਾਂ ਤਾਂ ਕਿ ਆਪਣਾ ਜੋ ਉਹਨੂੰ ਤਕਲੀਫ ਹੈ ਜਾਂ ਖੁਸ਼ੀ ਹੈ ਜਾਂ ਤਕਲੀਫ ਹੈ, ਤੁਸੀਂ ਸਾਰੀ ਦੁਨੀਆ ਨਾਲ ਸ਼ੇਅਰ ਕਰ ਸਕੋ, ਤਾਂ ਕਿ ਜੇ ਕਿਤੋਂ ਨਾ ਕਿਤੋਂ ਕੋਈ ਮਦਦ ਮਿਲੇ, ਜੋ ਵੀ ਮੁੱਦਾ ਉਹਦਾ ਹੱਲ ਮਿਲ ਜਾਵੇ। ਜੀ, ਇਸ ਵੇਲੇ ਜਿਹੜਾ ਮੇਨ ਮੁੱਦਾ ਹੈਗਾ ਜੀ, ਉਹ ਪੈਂਡੇਮਿਕ ਦੇ ਵਿੱਚ ਸਰਫੇਸ ਹੋਇਆ ਹੈ। ਦੈਟ ਇਜ਼ ਅਬਾਊਟ wearing respirator mask, N95 ਜਾਂ FFP3 ਮਾਸਕ ਜਿਹੜੇ ਹੁੰਦੇ ਨੇ, ਉਹ ਹੈਲਥ ਕੇਅਰ ਵਿੱਚ ਲੋੜ ਪੈਂਦੀ ਹੈ। when aerosol generating procedures are there, ਉਹਦੇ ਵਿੱਚ it is important that we wear those tight fitting masks। ਤੇ ਉਸ ਵੇਲੇ ਸਾਨੂੰ ਪ੍ਰੋਬਲਮ ਇਹ ਆਈ ਹੈ ਸਿੱਖਾਂ ਨੂੰ, ਮੁਸਲਿਮਸ, ਜਿਊਜ਼, ਜਿਹੜੇ ਵੀ ਬੀਅਰਡਡ ਨਾਨ ਫੇਥ ਆਬਜ਼ਰਵੈਂਟ ਜਾਂ ਫੇਥ ਆਬਜ਼ਰਵ ਨੇ, ਕਿ there is a fit test required, ਜਿਹਦਾ ਤੁਹਾਨੂੰ ਸਰਟੀਫਿਕੇਟ ਲੈਣਾ ਪੈਂਦਾ ਹੈ ਬਿਫੋਰ ਯੂ ਕੈਨ ਵੇਅਰ ਦੈਟ ਮਾਸਕ। ਉਹ ਫਿਟ ਟੈਸਟ ਕਰਨ ਦੇ ਵਾਸਤੇ ਜਿਹੜੇ ਮਾਸਕ ਮੈਨੂਫੈਕਚਰਰਸ ਨੇ, ਉਹਨਾਂ ਨੇ ਗਾਈਡਲਾਈਨ ਬਣਾਈ ਹੈਗੀ ਹੈ ਦੈਟ ਜਿਹੜਾ ਵੇਅਰਰ ਹੈ ਹੀ ਮਸਟ ਬੀ ਕਲੀਨ ਸ਼ੇਵਨ। ਹੁਣ ਉੱਥੇ ਪ੍ਰੋਬਲਮ ਇਹ ਆ ਗਈ, ਵੈਦਰ ਵੀ ਹੈਵ ਟੂ ਚੂਜ਼ ਬਿਟਵੀਨ ਆਵਰ ਫੇਥ ਐਂਡ ਆਵਰ ਪ੍ਰੋਫੈਸ਼ਨ। ਕੁਝ ਕੈਨੇਡੀਅਨ ਸਿੱਖ ਸੀਗੇ ਅਨਫੋਰਚੂਨੇਟਲੀ, ਜਿਨ੍ਹਾਂ ਨੇ ਬੀਅਰਡ ਸ਼ੇਵ ਕਰ ਦਿੱਤੀ ਸੀਗੀ, ਐਂਡ ਉਹਨਾਂ ਨੇ ਇਹ ਆਪਣਾ ਆਰਟੀਕਲ ਛਾਪਿਆ ਸੀਗਾ ਕਿ ਵੀ ਆਰ ਚੂਜ਼ਿੰਗ ਹਿਊਮੈਨਿਟੀ ਓਵਰ ਆਵਰ ਰਿਲੀਜਨ। ਤੇ ਉਹ ਚੀਜ਼ ਨੂੰ ਦੇਖ ਕੇ ਬੜੀ ਅੰਦਰੂਨੀ ਸੱਟ ਵੱਜੀ ਸੀ, ਆਲਦੋ ਦੈਟ ਵਾਸ देयर ਨਿੱਜੀ ਡਿਸੀਜਨ। ਬਟ ਅਸੀਂ ਸੋਚਿਆ ਕਿ ਬਈ ਇਹਦਾ ਕੋਈ ਹੱਲ ਵੀ ਤੇ ਕੀਤਾ ਜਾ ਸਕਦਾ ਹੈ। ਐਂਡ ਮੈਂ ਹਮੇਸ਼ਾ ਠਾਠਾ ਯੂਜ਼ ਕਰਦਾ ਹੁੰਦਾ ਸਰਜਰੀ ਵਿੱਚ, ਇਹ ਜਿਹੜਾ ਹੈਗਾ, ਤੇ ਮੈਂ ਉਹ ਠਾਠਾ ਬੰਨ੍ਹ ਕੇ ਮਾਸਕ ਲਾ ਕੇ ਕੋਈ ਵੀ ਜਨਰਲ ਆਪਰੇਸ਼ਨ ਕਰਦਾ ਸੀ। ਤੇ ਮੈਂ ਕਿਹਾ ਮੇਰੀ ਦਾੜੀ ਤੇ ਕਵਰਡ ਰਹਿੰਦੀ ਹੋਈ ਹੈ, ਤੇ ਵਾਈ ਨਾਟ ਟਰਾਈ ਟੂ ਫਿਟ ਅ ਮਾਸਕ ਵਿਦ ਬੀਅਰਡ ਕਵਰਡ ਵਿਦ ਦਿਸ ਠਾਠਾ। ਤੇ ਮੈਂ ਆਪਣੇ ਮੈਨਚੈਸਟਰ ਹਸਪੀਟਲ 'ਚ ਜਾ ਕੇ ਟੈਸਟ ਪਾਸ ਕਰ ਲਿਆ। ਐਂਡ ਆਈ ਵਾਜ਼ ਆਲਸੋ ਸਰਪ੍ਰਾਈਜ਼ ਕਿ ਭਾਈ ਸੀਲ ਤੇ ਹੋ ਗਈ, ਫਿਰ ਕਿਉਂ ਕਹਿੰਦੇ ਨੇ ਸ਼ੇਵ ਕਰਨ ਦੀ ਲੋੜ ਹੈ। although it was accepted by my trust, but the trust said कि भाई the final authority of approval rests with the health and safety executive। ਉਹਦੇ ਬਾਅਦ ਫਿਰ ਮੈਂ ਦੇਖਿਆ ਕਿ ਕਾਫੀ ਸਾਰੇ ਸਿੱਖ ਮੁਸਲਿਮਾਂ ਦੀ ਈਮੇਲਸ ਵੀ ਆ ਰਹੀਆਂ ਸੀਗੀਆਂ। ਮੇਰੀ ਜਿਹੜੀ ਟੈਕਨੀਕ ਵਾਇਰਲ ਹੋ ਗਈ ਟਵਿੱਟਰ 'ਚ, ਤੇ ਸਭ ਨੂੰ ਲੱਗਾ ਕਿ ਇਹਦੀ ਸੋਲੂਸ਼ਨ ਹੈਗੀ ਹੈ, ਤੇ ਫਿਰ ਕਿਉਂ ਨਾ ਇਹਦਾ ਕੀਤਾ ਜਾਵੇ। ਐਂਡ ਦੈਨ ਵਿਦ ਦ ਹੈਲਪ ਆਫ ਸੁਖਪਾਲ ਜੀ ਆਫ ਸਿੱਖ ਡਾਕਟਰ ਐਂਡ ਡੈਂਟਿਸਟ ਐਸੋਸੀਏਸ਼ਨ, ਉਹਨਾਂ ਨੇ ਫੰਡ ਕੀਤਾ, ਸੁਖਦੇਵ ਜੀ, ਗੁਰਚਰਨ ਰੰਧਾਵਾ, ਗਗਨਦੀਪ ਅਲਗ, ਅਸੀਂ ਸਾਰੇ CSUB, ਵੀ ਆਲ ਗੋਟ ਟੂਗੇਦਰ। ਆਪਾਂ ਇੱਕ ਸਟੱਡੀ ਕੰਡਕਟ ਕੀਤੀ ਹੈ ਸ਼ਰੂਸਬਰੀ ਵਿੱਚ, ਜਿਹਦੇ ਵਿੱਚ ਡੇਟਾ ਲਿਆ ਜਿਨ੍ਹਾਂ ਨੇ ਪਾਸ ਕੀਤਾ, ਤੇ ਕੁਆਂਟੀਟੇਟਿਵ ਟੈਸਟਿੰਗ ਆਪਣੇ ਸਾਰਿਆਂ ਵਿੱਚ ਕਰਕੇ ਅਸੀਂ ਉਹਨੂੰ ਪਬਲਿਸ਼ ਕੀਤਾ। It was published in Journal of Hospital Infection, and that actually proved ਕਿ ਇਹ ਜਿਹੜੀ ਟੈਕਨੀਕ ਹੈਗੀ ਹੈ ਅੰਡਰ ਮਾਸਕ ਬੀਅਰਡ ਕਵਰ ਦੀ, ਇਹ ਹੋ ਸਕਦੀ ਹੈ। ਤੇ ਕੱਪੜੇ ਦੇ ਬਦਲੇ ਅਸੀਂ ਇਹਨੂੰ ਸਵਿਚ ਕੀਤਾ ਟੂ ਪਿਲਾਟਿਸ ਸਟ੍ਰੈਚ ਬੈਂਡ, ਜਿਹੜਾ ਨਾਨ ਪੋਰਸ ਹੁੰਦਾ ਹੈ। ਉਹ ਮੇਰੀ ਵਾਈਫ ਦੀ ਰਿਕਮੈਂਡੇਸ਼ਨ ਸੀਗੀ ਦੈਟ ਇਟ ਵਿਲ ਬੀ ਅ ਬੈਟਰ ਸਕਿਨ ਲਾਈਕ ਫੀਲ। ਉਹਦੇ ਬਾਅਦ ਫਿਰ ਇਹ ਟੈਕਨੀਕ ਜਿਹੜੀ ਹੈ ਇਹ ਕਾਫੀ ਪਾਸੇ ਚਲ ਗਈ ਹੈ। ਬਟ ਪ੍ਰੋਬਲਮ ਇਹ ਆ ਰਹੀ ਹੈ ਸਾਨੂੰ ਕਿ ਮੈਨੂਫੈਕਚਰਰ ਦੀ ਗਾਈਡਲਾਈਨ ਨੂੰ ਓਵਰਟਰਨ ਕਰਨ ਦੇ ਵਾਸਤੇ ਜਿਹੜੀ ਹੈਲਥ ਐਂਡ ਸੇਫਟੀ ਐਗਜ਼ੀਕਿਊਟਿਵ ਹੈ ਉਹ ਇਸ ਵੇਲੇ ਕਰ ਨਹੀਂ ਪਾ ਰਹੀ ਹੈ। ਤੇ ਸਾਨੂੰ ਪਰੇਸ਼ਾਨੀ ਇਸ ਕਰਕੇ ਆ ਰਹੀ ਹੈ ਕਿ ਡਿਸਪਾਈਟ ਦੈਟ ਸਾਡੇ ਕੋਲ ਇੱਕ ਟੈਕਨੀਕ ਸਾਇੰਟੀਫਿਕਲੀ ਵੈਲਿਡ ਹੈਗੀ ਹੈ, ਇੱਕ ਛੋਟਾ ਜਿਹਾ ਕੀ ਕਹਿੰਦੇ ਨੇ ਅਪਰੂਵਲ ਵੀ ਨਹੀਂ ਸਾਨੂੰ ਮਿਲ ਸਕਦਾ, ਜਿਹਦੇ ਕਰਕੇ ਕਿ ਅਸੀਂ ਕਲਚਰਲ ਕੰਪੀਟੈਂਟ ਹੋ ਸਕੀਏ ਤੇ ਮੁਸਲਮਾਨ, ਸਿੱਖ, ਈਸਾਈ ਜਿਨ੍ਹਾਂ ਦੀ ਦਾੜੀ ਹੈ ਉਹ ਮਾਸਕ ਪਾ ਕੇ ਆਪਣੀ ਜੋਬਾਂ ਕਰ ਸਕਣ। ਇਹ ਪ੍ਰੋਬਲਮ ਜ਼ਰੂਰ ਆ ਰਹੀ ਹੈ। ਡਾਕਟਰ ਜੀ, ਅਸੀਂ ਥੋੜੀ ਤਸਵੀਰਾਂ ਦਿਖਾਵਾਂਗੇ। ਪਹਿਲਾਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦਾ, ਜਦੋਂ ਜਿਹੜੇ ਤਸਵੀਰਾਂ ਦਿਖਾਉਣੀਆਂ ਅਸੀਂ ਲਾਸਟ ਟਾਈਮ ਵੀ ਦਿਖਾਈਆਂ ਸੀਗੀਆਂ, ਮੈਨੂੰ ਲੱਗਦਾ ਸੀ ਜਦੋਂ ਲਾਸਟ ਆਪਣੀ ਗੱਲਬਾਤ ਹੋਈ ਕਿ ਉਦੋਂ ਜਿਹੜਾ ਤੁਸੀਂ ਉਹ ਸਿਸਟਮ ਦਿਖਾਇਆ ਸੀ ਉਹਨਾਂ ਨੇ ਅਪਰੂਵ ਕਰ ਦਿੱਤਾ ਸੀ, ਤੇ ਹੁਣ ਇਸ਼ੂ ਕਿਉਂ ਹੋ ਗਿਆ ਉਹਦਾ?
ਨਹੀਂ ਜੀ, ਉਹ ਉਸ ਵੇਲੇ ਸਾਡੀ ਸਟੱਡੀ ਪਬਲਿਸ਼ ਹੋ ਗਈ ਸੀ। ਹੂੰ ਪਹਿਲਾਂ ਇੱਕ ਬੀਐਡ ਸਟੱਡੀ ਆਈ ਸੀਗੀ ਜਰਨਲ ਆਫ ਹਸਪੀਟਲ ਇਨਫੈਕਸ਼ਨ 'ਚ, ਜਿਹਨਾਂ ਨੇ ਕਿਹਾ ਸੀਗਾ ਕਿ ਜੇ ਤੁਹਾਡੀ ਦਾੜੀ ਹੈਗੀ ਹੈ ਤੇ ਤੁਹਾਡਾ ਮਾਸਕ ਸੀਲ ਨਹੀਂ ਕਰੇਗਾ। ਉਹ ਗੱਲ ਠੀਕ ਹੈ ਉਹਨਾਂ ਦੀ, ਲੇਕਿਨ ਅਸੀਂ ਫਿਰ ਮਾਸਕ ਕਵਰ ਆਪਣੇ ਦਾੜੀ ਪਰ ਕਵਰ ਕਰਕੇ ਅਸੀਂ ਟੈਸਟ ਕੀਤਾ ਤੇ ਉਹਨਾਂ ਨੂੰ ਜਵਾਬ ਦੇ ਦਿੱਤਾ ਉਸੇ ਜਰਨਲ ਵਿੱਚ ਕਿ ਤੁਹਾਡੀ ਗੱਲ ਤੇ ਠੀਕ ਹੈ, ਲੇਕਿਨ ਤੁਸੀਂ ਮਾਸਕ ਦਾ ਕਵਰ ਆਈ ਮੀਨ ਬੀਐਡ ਕਵਰ ਪਾ ਕੇ ਕਿਉਂ ਨਹੀਂ ਤੁਸੀਂ ਟੈਸਟ ਕੀਤਾ। ਤੇ ਇਕੁਐਲਿਟੀ ਇੰਪੈਕਟ ਅਸੈਸਮੈਂਟ ਵੀ ਉਹਨਾਂ ਦੀ ਸਟੱਡੀ ਵਿੱਚ ਨਹੀਂ ਹੋਇਆ ਸੀਗਾ। ਉਸ ਬੇਸਿਸ ਵਿੱਚ ਮਾਸਕ ਮੈਨੂਫੈਕਚਰਰਾਂ ਨੇ ਆਪਣੀ ਗਾਈਡਲਾਈਨਸ ਬਣਾ ਦਿੱਤੀਆਂ ਕਿ ਇਹ ਅਸੀਂ ਮਾਸਕ ਬਣਾਏ ਨੇ, ਬਟ ਇਹਨੂੰ ਪਾਉਣ ਵਾਸਤੇ ਜਿਹੜਾ ਵੇਅਰਰ ਹੈ ਉਹਨੂੰ ਕਲੀਨ ਸ਼ੇਵਨ ਹੋਣ ਦੀ ਲੋੜ ਹੈ, ਫਿਟ ਟੈਸਟ ਲਈ ਵੀ ਕਲੀਨ ਸ਼ੇਵਨ ਹੋਣ ਦੀ ਲੋੜ ਹੈ। ਸੋ ਪਬਲੀਕੇਸ਼ਨ ਤੇ ਆ ਗਈ ਸੀ ਤੇ ਅਸੀਂ ਐਕਸਪੈਕਟ ਨਹੀਂ ਕੀਤਾ ਸੀਗਾ ਕਿ ਡਿਸਪਾਈਟ ਅ ਸਾਇੰਟੀਫਿਕ ਪ੍ਰੂਫ ਸਾਨੂੰ ਐਕਚੁਅਲੀ ਪ੍ਰੋਬਲਮਸ ਫੇਸ ਕਰਨੀਆਂ ਪੈਣਗੀਆਂ। ਐਨਐਚਐਸ ਇੰਗਲੈਂਡ ਨੇ ਇਨੀਸ਼ੀਅਲੀ ਸਾਡੀ ਟੈਕਨੀਕ ਐਕਸੈਪਟ ਕਰਕੇ ਇਹਦਾ ਜਿਹੜਾ ਇੱਕ ਇੰਡੈਕਸ ਕੇਸ ਨੂੰ ਆਪਣੀ ਵੈਬਸਾਈਟ ਵਿੱਚ ਹੀ ਪਾ ਦਿੱਤਾ ਸੀ, ਬਟ ਆਫਟਰ ਦੈਟ ਆਪਣੀ ਵੈਬਸਾਈਟ 'ਚ ਦੇ ਪੁਲਡ ਇਟ ਬੈਕ, ਕਿਉਂਕਿ ਉਹ ਫਿਰ ਕਹਿਣ ਲੱਗੇ ਕਿ ਹੈਲਥ ਐਂਡ ਸੇਫਟੀ ਐਗਜ਼ੀਕਿਊਟਿਵ ਜਦ ਤੱਕ ਅਪਰੂਵਲ ਨਹੀਂ ਦਊਗਾ ਅਸੀਂ ਤੁਹਾਡੀ ਟੈਕਨੀਕ ਨੂੰ ਮੰਨਦੇ ਹਾਂ ਚੰਗੀ ਹੈ, ਬਟ ਉਹਨਾਂ ਦੇ ਅਪਰੂਵਲ ਦੇ ਬਿਨਾਂ ਅਸੀਂ ਨਹੀਂ ਇਹਨੂੰ ਪਾ ਸਕਦੇ। ਅਨਫੋਰਚੂਨੇਟਲੀ ਜਿਹੜਾ ਉਹਨਾਂ ਨੇ ਆਪਣੀ ਵੈਬਸਾਈਟ 'ਤੇ ਛਾਪਿਆ ਸੀ ਉਹ ਉਹਨਾਂ ਨੇ ਫਿਰ ਵਿਡਰਾ ਕਰ ਲਿਆ ਤੇ ਉਹਦੇ ਬਾਅਦ ਹੁਣ ਤੱਕ ਅਸੀਂ ਉਹਨੂੰ ਮੁਹਿੰਮ ਨੂੰ ਚਲਾ ਰਹੇ ਹਾਂ। ਡਾਕਟਰ ਜੀ, ਮੈਂ ਤਸਵੀਰਾਂ ਦੇਖ ਰਿਹਾ ਤੁਹਾਡੇ ਨਾਲ, ਤੁਸੀਂ ਵੀ ਦੇਖ ਰਹੇ ਹੋ ਤੇ ਦੇਖਣ ਨੂੰ ਤੇ ਬੜਾ ਲੱਗਦਾ ਕਿ ਤੁਸੀਂ ਜਿਹੜੀ ਉਹਨਾਂ ਦੀ ਰਿਕੁਆਇਰਮੈਂਟ ਆ ਪ੍ਰੋਪਰ ਕਵਰ ਕੀਤਾ ਹੋਇਆ, ਕੋਈ ਇਸ ਤਰੀਕੇ ਦਾ ਕੋਈ ਨੈਗਲੀਜੈਂਸ ਦਿਖਾਈ ਨਹੀਂ ਦੇ ਰਿਹਾ, ਕੋਈ ਹੈਲਥ ਐਂਡ ਸੇਫਟੀ ਦਾ ਇਸ਼ੂ ਹੈਗਾ, ਲੇਕਿਨ ਫਿਰ ਵੀ ਇਹਦੇ 'ਚ ਦਿੱਕਤ ਆਈ ਤੁਹਾਨੂੰ? ਜੀ ਦੇਖੋ ਜੀ, ਇਸ ਤਰ੍ਹਾਂ ਹੈਗਾ ਕਿ ਸੇਫਟੀ ਤੇ ਕੋਈ ਪ੍ਰੋਬਲਮ ਨਹੀਂ ਹੈ, ਬਿਕੋਜ਼ ਜਿਹੜਾ ਫਿਟ ਟੈਸਟ ਦਾ ਰਿਜ਼ਲਟ ਹੈਗਾ ਉਹ ਡਿਸਾਈਡ ਕਰਦਾ ਹੈਗਾ ਕਿ ਵੈਦਰ ਦੇਰ ਇਜ਼ ਅ ਪ੍ਰੋਪਰ ਸੀਲ অর ਨਾਟ। ਖਾਲੀ ਅਸੀਂ ਇਹ ਨਹੀਂ ਕਹਿੰਦੇ ਕਿ ਠਾਠਾ ਪਾ ਕੇ ਅਸੀਂ ਮਾਸਕ ਲਾਵਾਂਗੇ ਤੇ ਸਾਨੂੰ ਸਰਟੀਫਿਕੇਟ ਦੇ ਦਿਓ। ਅਸੀਂ ਸਿਰਫ ਇੰਨਾ ਹੀ ਕਹਿੰਦੇ ਆ ਕਿ ਸਾਨੂੰ ਦਾੜੀ ਨੂੰ ਕਵਰ ਕਰਕੇ ਫਿਟ ਟੈਸਟ ਦੇਣ ਦਿਓ ਤੇ ਲੈਟ ਦਾ ਟੈਸਟ ਡਿਸਾਈਡ ਕਿ ਬਈ ਮਾਸਕ ਜਿਹੜਾ ਹੈਗਾ ਉਹ ਫਿਟ ਹੋ ਰਿਹਾ ਕਿ ਨਹੀਂ। ਕਿਉਂਕਿ ਜਿਹੜੇ ਕਲੀਨ ਸ਼ੇਵਨ ਹੈਗੇ ਨੇ ਉਹਨਾਂ ਵਿੱਚ ਵੀ 15-20% ਬੰਦੇ ਫੇਲ ਹੋ ਰਹੇ ਨੇ। ਸਾਡੀ ਟੈਕਨੀਕ ਅਸੀਂ ਅਪਲਾਈ ਕੀਤੀ ਹੈ ਤੇ ਅਸੀਂ 5 ਤੇ 5 ਗੁਰਸਿੱਖ ਸਾਰੇ ਪਾਸ ਹੋ ਗਏ ਕੁਆਂਟੀਟੇਟਿਵ ਟੈਸਟਿੰਗ। ਪੂਰੀ ਯੂਨਾਈਟਿਡ ਕਿੰਗਡਮ ਵਿੱਚ 27 ਡੈਂਟਿਸਟ ਸੀਗੇ ਜਿਨ੍ਹਾਂ ਵਿੱਚੋਂ 25 ਬੰਦਿਆਂ ਨੇ ਟੈਸਟ ਪਾਸ ਕਰ ਲਿਆ ਸੀ ਕੁਆਲੀਟੇਟਿਵ ਦਾ, ਤੇ ਉਹ ਸਾਰਿਆਂ ਦੀ ਰਿਪੋਰਟਾਂ ਵੀ ਸਾਡੇ ਕੋਲ ਆ ਗਈਆਂ। ਸੋ ਸਾਡੇ ਕੋਲ ਤੇ ਪ੍ਰੂਫ ਸੀਗਾ ਕਿ ਇਹ ਟੈਕਨੀਕ ਜਿਹੜੀ ਹੈ ਉਹ ਕੰਮ ਕਰਦੀ ਹੈ। ਹੁਣ ਰੀਸੈਂਟਲੀ ਆਸਟ੍ਰੇਲੀਆ ਵਿੱਚ ਨਿਊ ਸਾਊਥ ਵੇਲਸ ਦੇ ਆਪਣੇ ਗੁਰਸਿੱਖ ਭਰਾ ਹੈਗੇ ਆ ਡਾਕਟਰਸ ਨੇ, ਉਹਨਾਂ ਦੀ ਐਸੋਸੀਏਸ਼ਨ ਨੇ ਵੀ ਫਿਰ ਇਹ ਸਟੱਡੀ ਕੀਤੀ ਹੈ ਐਂਡ 30 ਬੰਦਿਆਂ ਦਾ ਕੁਆਂਟੀਟੇਟਿਵ ਟੈਸਟ ਕੀਤਾ ਜਿਹਦੇ ਵਿੱਚੋਂ 24 ਯਾਨੀ 80% ਪਾਸ ਹੋ ਗਏ। ਮੇਰੀ ਜਿਹੜੀ ਸਟੱਡੀ ਸੀਗੀ ਉਹਨੂੰ CDC ਸੈਂਟਰ ਫਾਰ ਕਮਿਊਨੀਕੇਬਲ ਡਿਜ਼ੀਜ਼ਸ US ਨੇ ਕੋਟ ਕੀਤਾ ਸੀ ਐਂਡ ਦੈਟ ਇਜ਼ ਦ ਸੈਕੰਡ ਹਾਈਐਸਟ ਰੈਂਕ ਜਰਨਲ ਇਨ ਦਾ ਵਰਲਡ ਆਫਟਰ ਨੇਚਰ। ਇੰਨੀ ਵੱਡੀ ਜਰਨਲ ਦੇ ਵਿੱਚ ਜਿਹਦਾ ਇੰਨਾ ਹਾਈ ਇੰਪੈਕਟ ਫੈਕਟਰ ਹੈ, ਸਾਡੀ ਸਟੱਡੀ ਦਾ ਕੋਟ ਹੋਣ ਦਾ ਮਤਲਬ ਕੀ ਹੈ ਕਿ ਇਟ ਇਜ਼ ਸਮਥਿੰਗ ਵਿਚ ਇਜ਼ ਵੈਰੀ ਇੰਪੋਰਟੈਂਟ ਫॉर द ਵਰਲਡ ਕਮਿਊਨਿਟੀ ਐਂਡ ਆਲਸੋ ਇਟ ਇਜ਼ ਵੈਰੀ ਸੇਫ ਫਰਮ ਦ ਇਨਫੈਕਸ਼ਨ ਕੰਟਰੋਲ ਸਟੈਂਡ ਪੁਆਇੰਟ। ਤਦੇ ਕਰਕੇ CDC ਨੇ ਵੀ ਉਹਨੂੰ ਪਬਲਿਸ਼ ਕੀਤਾ ਹੈ ਤੇ ਮੈਂ ਵੀ ਆਪਣੇ ਹਸਪੀਟਲ ਦਾ ਇਨਫੈਕਸ਼ਨ ਕੰਟਰੋਲ ਦਾ ਡਿਪਟੀ ਲੀਡ ਵੀ ਹੈਗਾ। ਜਿਹੜਾ ਠਾਟਾ ਹੈਗਾ ਜੀ ਉਹਨੂੰ ਅਸੀਂ ਯੂਜ਼ ਕਰਨ ਤੋਂ ਬਾਅਦ ਜੈਲ ਲੈ ਕੇ ਅਸੀਂ ਉਹਨੂੰ ਸਟੈਰੀਲਾਈਜ਼ ਵੀ ਕਰ ਸਕਦੇ ਹਾਂ। ਸੋ ਉਹਦੀ ਸਟੈਰਿਲਿਟੀ ਦਾ ਵੀ ਕੋਈ ਇਸ਼ੂ ਨਹੀਂ ਹੈਗਾ, ਉਹਨੂੰ ਸਾਬਣ ਨਾਲ ਵੀ ਧੋ ਸਕਦੇ ਹਾਂ, ਜੈਲ ਨਾਲ ਉਹਨੂੰ ਕਲੀਨ ਕਰਕੇ ਅਸੀਂ ਦੁਬਾਰਾ ਉਹਨੂੰ ਯੂਜ਼ ਕਰ ਸਕਦੇ ਹਾਂ। ਸੋ ਇਨ ਫੈਕਟ ਇਟ ਇਜ਼ ਅ ਵੈਰੀ ਸੇਫ ਟੈਕਨੀਕ ਫਰੋਮ ਇਨਫੈਕਸ਼ਨ ਕੰਟਰੋਲ ਸਟੈਂਡ ਪੁਆਇੰਟ ਐਜ਼ ਵੈਲ। ਤੇ ਪ੍ਰੋਬਲਮ ਇੱਥੇ ਹੀ ਹੈਗੀ ਹੈ ਕਿ ਮਾਸਕ ਮੈਨੂਫੈਕਚਰ ਦੀ ਗਾਈਡਲਾਈਨ ਜਿਹੜੀ ਹੈ ਉਹਨੂੰ ਇੰਪੋਰਟੈਂਸ ਦਿੱਤੀ ਜਾ ਰਹੀ ਹੈ। ਤੇ ਨਿਊ ਸਾਊਥ ਵੇਲਸ ਵਾਲਿਆਂ ਨੇ ਕੀ ਕੀਤਾ, ਉਹਨਾਂ ਦੀ ਜਿਹੜੀ ਹੈਗੀ ਹੈਲਥ ਅਥਾਰਟੀ NSW ਹੈਲਥ, ਉਹ ਕਲਚਰਲ ਕੰਪੀਟੈਂਟ ਨੇ। ਉਹਨਾਂ ਨੇ ਮੈਨੂਫੈਕਚਰ ਦੀ ਗਾਈਡਲਾਈਨ ਨੂੰ ਓਵਰਟਰਨ ਕਰ ਦਿੱਤਾ ਇਹ ਕਹਿ ਕੇ ਕਿ ਉਹ ਗਾਈਡਲਾਈਨ ਨੇ, ਦੇ ਆਰ ਨਾਟ ਰੂਲਸ। ਨਾਲੇ ਪੈਂਡੇਮਿਕ ਦੇ ਵਿੱਚ ਵੀ ਹੈਵ ਟੂ ਬੀ ਕਲਚਰਲ ਕੰਪੀਟੈਂਟ। ਜਿਸ ਵੇਲੇ ਉਹਨਾਂ ਨੇ ਰੂਲ ਬਣਾਏ ਸੀ ਦੇयर ਵਾਸ ਨੋ ਅੰਡਰ ਮਾਸਕ ਬੀਅਰਡ ਕਵਰ ਟੈਕਨੀਕ ਐਂਡ ਵੀ ਹੈਵ ਇਨਫ ਪ੍ਰੂਫ ਐਟ ਦ ਮੋਮੈਂਟ ਦੈਟ ਇਟ ਵਰਕਸ। ਤੇ ਫॉर ਦੋਜ਼ ਹੂਮ ਇਟ ਵਰਕਸ ਦੇ ਸ਼ੁੱਡ ਬੀ ਅਲਾਉਡ। ਜਿਹੜਾ ਫੇਲ ਹੋ ਗਿਆ ਉਹਦੇ ਵਿੱਚ ਅਸੀਂ ਨਹੀਂ ਕਹਿੰਦੇ ਨਾ ਕਿ ਤੁਸੀਂ ਉਹਨਾਂ ਨੂੰ ਵੀ ਕਰਨ ਦਿਓ ਟੈਕਨੀਕ ਜਾਂ ਮਾਸਕ ਪਾਉਣ ਦਿਓ। ਸੋ NSW ਹੈਲਥ ਦੇ ਹੈਵ ਅਪਰੂਵਡ ਇਟ। ਰੀਸੈਂਟਲੀ ਟੋਰਾਂਟੋ ਦੇ ਵਿੱਚ ਵੀ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਜਿਹੜੇ ਪ੍ਰਿਜ਼ਨ ਗਾਰਡ ਸੀਗੇ ਵਗੈਰਾ, ਸਿਕਿਉਰਿਟੀ ਗਾਰਡਸ ਭਰਾ ਸੀਗੇ ਜਿਹੜੇ, ਉਹਨਾਂ ਨੂੰ ਜੌਬ ਤੋਂ ਕੱਢ ਦਿੱਤਾ ਗਿਆ ਇਹ ਕਹਿ ਕੇ ਕਿ ਭਾਈ ਤੁਸੀਂ ਨਾ ਇਹ ਮਾਸਕ ਨਹੀਂ ਪਾ ਸਕਦੇ ਜਿੱਦੀ ਤੁਹਾਨੂੰ ਰਿਕੁਆਇਰਮੈਂਟ ਹੋ ਸਕਦੀ ਹੈ। ਤੇ ਫਿਰ ਉਹਨਾਂ ਨੇ ਸਾਡੀ ਸਿੰਘ ਠਾਠਾ ਟੈਕਨੀਕ ਨੂੰ ਕੋਟ ਕਰਕੇ ਓਵਰਟਰਨ ਕਰਤਾ ਡਿਸੀਜਨ। ਤੇ ਹੁਣ ਟੋਰਾਂਟੋ ਦੀ ਜਿਹੜੀ ਹੈਲਥ ਅਥਾਰਟੀ ਹੈ ਉਹਨਾਂ ਨੇ ਐਕਸੈਪਟ ਕਰ ਲਿਆ। ਹੁਣ ਟੋਰਾਂਟੋ ਦੇ ਵਿੱਚ ਵੀ ਸਿੰਘ ਠਾਠਾ ਟੈਕਨੀਕ ਐਪਲੀਕੇਬਲ ਹੋ ਗਈ ਹੈ।
ਈਵਨ ਵਿਕਟੋਰੀਆ ਤੇ ਕਿੰਨੇ ਪ੍ਰੋਵਿੰਸਸ ਵਿੱਚ ਮੈਂ ਸੁਣਿਆ ਐਕਸੈਪਟਡ ਹੋ ਗਈ ਹੈ, ਹੁਣ ਉਹ ਨਿਊਜ਼ੀਲੈਂਡ ਚਲ ਗਈ ਹੈ। ਸੋ ਦੈਟ ਇਜ਼ there's a very good movement where people who are reasonable and culture competent are finding a way ਕਿ ਅਸੀਂ ਕਿਸ ਤਰ੍ਹਾਂ ਇਹਨੂੰ ਇੰਪਲੀਮੈਂਟ ਕਰੀਏ। ਬਟ ਸਾਡੀ ਪ੍ਰੋਬਲਮ ਸਾਡੀ ਕੰਟਰੀ ਵਿੱਚ ਇਹ ਆ ਰਹੀ ਹੈ ਕਿ HSC ਨੂੰ ਉਹ ਕਰ ਨਹੀਂ ਰਹੀ ਹੈ, ਇਹਨੂੰ ਓਵਰਟਰਨ ਨਹੀਂ ਕਰ ਰਹੀ ਹੈ ਮਾਸਕ ਮੈਨੂਫੈਕਚਰਰ। ਕੀ ਚਾਹੀਦਾ ਹੈਗਾ ਇਸ ਵੇਲੇ? NHS ਇੰਗਲੈਂਡ ਜਾਂ ਸਾਡੀ ਬ੍ਰਿਟਿਸ਼ ਪਾਰਲੀਮੈਂਟ should overturn that decision of mask manufacturer which is a discriminatory rule। ਨਾਲੇ ਉਹਨਾਂ ਨੇ ਇਕੁਐਲਿਟੀ ਇੰਪੈਕਟ ਅਸੈਸਮੈਂਟ ਵੀ ਕੀਤਾ ਨਹੀਂ ਸੀ ਤੇ ਆਲਟਰਨੇਟਿਵ ਐਕਸਪਲੋਰ ਵੀ ਨਹੀਂ ਕੀਤੇ ਸੀਗੇ। ਡਾਕਟਰ ਜੀ, ਜਿੱਦਾਂ ਹੁਣ ਨਿਊ ਸਾਊਥ ਵੇਲਸ ਨੇ ਐਂਡ ਕੈਨੇਡਾ ਨੇ ਐਕਸੈਪਟ ਕਰ ਲਿੱਤਾ ਕਿ ਜੋ ਉਹਨਾਂ ਦਾ ਸਿਸਟਮ ਹੁਣ ਜਿੱਦਾਂ ਵੀ ਉਹ ਪਾ ਰਹੇ ਨੇ, ਤੁਸੀਂ ਉਹ ਕੀ ਡਿਫਰੈਂਟ ਕਰ ਰਹੇ ਜੋ ਤੁਸੀਂ ਇੱਥੇ ਕਰ ਰਹੇ ਹੋ, ਉਹਦੇ 'ਚ ਕੀ ਫਰਕ ਹੈਗਾ? ਜਿੱਦਾਂ ਟਾਟਾ ਅਤੇ ਫੇਸ ਮਾਸਕ ਵਗੈਰਾ ਉਹਨਾਂ ਨੇ ਕੀ ਡਿਫਰੈਂਟ ਕੀਤਾ ਹੈਗਾ? ਕੁਝ ਡਿਫਰੈਂਟ ਨਹੀਂ ਕੀਤਾ। ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਸੀ, ਸਾਡੀ ਸਿੱਖ ਡਾਕਟਰ ਡੈਂਟਿਸਟ ਐਸੋਸੀਏਸ਼ਨ, ਅਸੀਂ ਜਿਹੜੇ ਪਬਲੀਕੇਸ਼ਨ ਗਰੁੱਪ ਹਾਂ, ਤੇ ਆਈ ਹੈਵ ਬੀਨ ਅ ਪਾਇਨੀਅਰ ਆਫ ਦਿਸ ਟੈਕਨੀਕ। ਸੋ ਮੈਨੂੰ ਕਿਹਾ ਗਿਆ ਸੀਗਾ ਟੂ ਗਾਈਡ them। ਤੇ ਸਾਰੀ ਜਿਹੜੀ ਉਹਨਾਂ ਨੇ ਪਬਲੀਕੇਸ਼ਨਾਂ ਬਣਾਈਆਂ ਨੇ ਉਹ ਤੇ ਉਹਨਾਂ ਦੀ ਮਿਹਨਤ ਹੈ, ਪਰ ਜਿਹੜੀ ਸਟੱਡੀ ਦੀ ਮੈਥੋਡੋਲੋਜੀ ਹੈ ਸਾਰੀ ਉਹ ਸੇਮ ਮੈਂ ਉਹਨਾਂ ਨੂੰ ਦਿੱਤੀ ਸੀਗੀ। ਐਂਡ ਬੇਸਡ ਔਨ ਦੈਟ ਦੇ ਹੈਵ ਫਰਦਰਡ ਇਟ ਫॉर which I am very grateful to them। So there is no difference। ਜਿਹੜਾ ਅਸੀਂ ਪਿਲਾਟਿਸ ਇਲਾਸਟਿਕ ਬੈਂਡ ਪਾਉਂਦੇ ਆ ਉਹਨੂੰ ਬੰਨ ਕੇ, ਹੁਣ ਇਹ ਜਿੱਦਾਂ ਠਾਟਾ ਹੈਗਾ ਇਹਦੀ ਜਗ੍ਹਾ ਤੁਸੀਂ ਫਰਜ਼ ਕਰੋ ਇੱਕ ਪਿਲਾਟਿਸ ਇਲਾਸਟਿਕ ਬੈਂਡ ਹੈ, ਉਹਨੂੰ ਅਸੀਂ ਇਹਦਾ ਕਰਕੇ ਦਾੜੀ ਨੂੰ ਕਵਰ ਕਰਕੇ ਬੰਨਤਾ। ਹੁਣ ਇੱਕ ਵਾਰੀ ਅਸੀਂ ਬੰਨ ਦਿੱਤਾ, ਹੁਣ ਇਹਦੇ ਉੱਪਰ ਮਾਸਕ ਫਿੱਟ ਹੋ ਜਾਂਦਾ। ਸੋ ਉਹ ਉਹਨਾਂ ਨੇ ਸੇਮ ਟੈਕਨੀਕ ਯੂਜ਼ ਕੀਤੀ ਹੈ, ਦੇयर ਇਜ਼ ਨੋ ਡਿਫਰੈਂਸ। ਡਾਕਟਰ ਸਾਹਿਬ, ਇਹ ਜਿਹੜਾ ਜਦੋਂ ਤੁਸੀਂ ਪਹਿਲਾਂ, ਅਗਰ ਜੇ ਮੈਂ ਕੋਵਿਡ ਤੋਂ ਪਹਿਲਾਂ ਦੀ ਗੱਲ ਕਰਾਂ ਤੇ ਉਦੋਂ ਤੁਸੀਂ ਕਿਸ ਤਰ੍ਹਾਂ ਕਵਰ ਕਰਦੇ ਸੀ? ਆ ਰਿਸਟ੍ਰਿਕਸ਼ਨਾਂ ਸੀਗੀਆਂ ਪਹਿਲਾਂ ਕਿ ਕੋਵਿਡ 'ਚ ਇੰਟਰੋਡਿਊਸ ਹੋਈਆਂ ਨੇ? ਕੋਵਿਡ ਵਿੱਚ 에어ਰੋਸੋਲ ਜਨਰੇਟਿੰਗ ਪ੍ਰੋਸੀਜਰਸ ਦੀ ਇੰਪੋਰਟੈਂਸ ਆਈ ਸੀ ਤੇ there was a suggestion ਕਿ ਜੇ 에어ਰੋਸੋਲ ਜਨਰੇਟ ਹੋਣਗੇ ਤਾਂ ਕੋਈ ਵੀ ਬੰਦਾ ਕੋਵਿਡ ਵਾਇਰਸ ਇਨਹੇਲ ਕਰ ਸਕਦਾ ਹੈ। ਇਸ ਕਰਕੇ ਇਹ ਰੈਸਪੀਰੇਟਰ ਟਾਈਟ ਫਿਟਿੰਗ ਮਾਸਕ ਦੀ ਲੋੜ ਪੈ ਗਈ ਤੇ ਉਸ ਤੋਂ ਬਾਅਦ ਇਹ ਚੀਜ਼ਾਂ ਬਾਹਰ ਆਈਆਂ ਕਿ ਭਾਈ ਜੇ ਰੈਸਪੀਰੇਟਰ ਫਿਟ ਕਰਨਾ ਹੈ ਤਾਂ ਫਿਰ ਤੁਹਾਨੂੰ ਕਲੀਨ ਸ਼ੇਵਨ ਹੋਣਾ ਪਏਗਾ। ਆਰਡੀਨਰੀ ਮਾਸਕ ਵਾਸਤੇ ਤੇ ਕੋਈ ਇਸ਼ੂ ਨਹੀਂ ਹੈਗਾ, ਉਹਦੀ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ, ਉਹ ਤੇ ਬੰਦਾ ਡਾਇਰੈਕਟਲੀ ਪਾ ਲੈਂਦਾ ਹੈਗਾ। ਬਟ ਵੀ ਆਰ ਟਾਕਿੰਗ ਅਬਾਊਟ 에어ਰੋਸੋਲ ਜਨਰੇਟਿੰਗ ਪ੍ਰੋਸੀਜਰਸ, ਜਿਹਦੇ ਕਰਕੇ ਦੇਰ ਆਰ ਵੇਰੀਅਸ ਸੈਗਮੈਂਟਸ ਆਫ ਹੈਲਥ ਕੇਅਰ ਲਾਈਕ ਜਿੱਥੇ ਆਪਰੇਸ਼ਨ ਕਰਨੇ ਆ ਜਾਂ ਜਿੱਥੇ A&E ਵਿੱਚ ਅਸੀਂ ਜਾ ਰਹੇ ਹਾਂ ਤੇ 에어ਰੋਸੋਲ ਜਨਰੇਟਿੰਗ ਪ੍ਰੋਸੀਜਰ ਹੋ ਰਿਹਾ ਹੈ, CPR ਹੋ ਰਿਹਾ ਜਾਂ ਇੰਟਿਊਬੇਟ ਕਰ ਰਹੇ ਨੇ ਪੇਸ਼ੈਂਟ ਨੂੰ। ਇਸ ਕਰਕੇ ਉਹ ਫਿਰ ਬੰਦਿਸ਼ਾਂ ਆ ਜਾਂਦੀਆਂ ਨੇ। ਇੱਕ ਡਾਕਟਰ ਫਿਰ ਆਪਣਾ ਪੂਰਾ ਕੰਮ ਨਹੀਂ ਕਰ ਸਕਦਾ, ਉਹਨੂੰ ਫਿਰ ਉੱਥੋਂ ਹਟਾ ਕੇ ਦੂਜੇ ਪਾਸੇ ਲਾ ਦਿੱਤਾ ਜਾਂਦਾ ਸੀ। ਮੋਰ ਇੰਪੋਰਟੈਂਟ ਥਿੰਗ ਵਾਸ ਦਿਸ ਇਜ਼ ਦ ਟਿਪ ਆਫ ਐਨ ਆਈਸਬਰਗ। ਸਾਨੂੰ ਇਹ ਵੀ ਪਤਾ ਚੱਲਿਆ ਆਪਣੀ ਰਿਸਰਚ ਵੇਲੇ ਵਿੱਚ ਗੁਰਚਰਨ ਰੰਧਾਵਾ ਦੈਟ ਕੁਝ ਸਾਲ ਪਹਿਲਾਂ ਯੂਨਾਈਟਿਡ ਸਟੇਟਸ ਵਿੱਚ ਇੱਕ ਸਿੱਖ ਸੱਜਣ ਸੀਗੇ ਜਿਨ੍ਹਾਂ ਨੂੰ ਇੱਕ ਪ੍ਰਿਜ਼ਨ ਦੀ ਜੌਬ ਵਾਸਤੇ ਉਹਨਾਂ ਨੇ ਅਪਲਾਈ ਕੀਤਾ ਸੀ ਤੇ ਉਹਨਾਂ ਨੇ ਸ਼ਾਰਟਲਿਸਟ ਨਹੀਂ ਕੀਤਾ ਸੀ, ਇਹ ਕਹਿ ਕੇ ਕਿ ਭਾਈ 에어ਰੋਸੋਲ ਜਨਰੇਟਿੰਗ ਚੀਜ਼ਾਂ ਨੇ ਜਾਂ ਕੋਈ ਅੱਗ ਲੱਗ ਸਕਦੀ ਹੈ ਜਾਂ ਕੋਈ ਟੌਕਸਿਕ ਫਿਊਮਸ ਨਿਕਲ ਸਕਦੇ ਨੇ ਤੇ ਤੁਹਾਨੂੰ FFP ਮਾਸਕ ਪਾਉਣਾ ਪਊਗਾ, ਬਟ ਤੁਹਾਡੀ ਦਾੜੀ ਹੈਗੀ ਹੈ ਤੇ ਤੁਸੀਂ ਨਹੀਂ ਪਾ ਸਕਦੇ, ਇਸ ਕਰਕੇ ਅਸੀਂ ਤੁਹਾਨੂੰ ਸ਼ਾਰਟਲਿਸਟ ਨਹੀਂ ਕਰਾਂਗੇ, ਜੌਬ ਨਹੀਂ ਦੇਵਾਂਗੇ। ਉਹ ਫਿਰ ਕੇਸ ਚੱਲਿਆ ਤੇ ਕਮਲਾ ਹੈਰਿਸ ਜਿਹੜੀ ਹੁਣ ਵਾਈਸ ਪ੍ਰੈਜ਼ੀਡੈਂਟ ਹੈਗੇ ਨੇ, ਉਹ ਅਟਾਰਨੀ ਜਨਰਲ ਸੀ ਕੈਲੀਫੋਰਨੀਆ ਦੀ, ਤੇ ਉਹ ਸਾਡੇ ਸਿੱਖ ਭਰਾ ਨੂੰ ਪ੍ਰੋਟੈਕਟ ਨਹੀਂ ਕਰ ਸਕੇ ਤੇ ਉਹਦੀ ਜੌਬ ਚਲ ਗਈ ਕਿਉਂਕਿ ਉਹਨਾਂ ਨੇ ਕਿਹਾ ਕਿ ਸੇਫਟੀ ਇਸ਼ੂ ਹੈ। ਉਸ ਵੇਲੇ FFP3 ਦੀ ਗੱਲ ਲੋਕੀ ਨਹੀਂ ਜਾਣਦੇ ਸੀਗੇ ਤੇ ਇਹ ਪੈਂਡੇਮਿਕ ਵਿੱਚ ਇਹ ਪ੍ਰੋਬਲਮ ਸਰਫੇਸ ਹੋਈ ਤੇ ਸਾਨੂੰ ਪਤਾ ਚੱਲਿਆ ਕਿ ਇਟ ਇਜ਼ ਨਾਟ ਓਨਲੀ ਹੈਲਥ ਕੇਅਰ ਸੈਕਟਰ ਬਟ ਇਹ ਜਿਹੜੀ ਡਿਸਕ੍ਰਿਮੀਨੇਸ਼ਨ, ਇਨਡਾਇਰੈਕਟ ਡਿਸਕ੍ਰਿਮੀਨੇਸ਼ਨ ਹੈਗੀ ਹੈ, ਇਟ ਇਜ਼ ਐਕਚੁਅਲੀ ਅਫੈਕਟਿੰਗ ਮੈਨੀ ਸੈਕਟਰਸ ਲਾਈਕ ਪ੍ਰਿਜ਼ਨਸ, ਪੁਲਿਸ, ਬਾਰਡਰ ਫੋਰਸ, ਫਾਇਰ ਐਂਡ ਸੇਫਟੀ ਤੇ ਹੋਰ ਵੀ ਕਿੰਨੇ ਸੈਗਮੈਂਟਸ ਨੇ ਜਿੱਥੇ ਟੌਕਸਿਕ ਇਨਹੇਲਰ ਡਸਟ ਮੈਟਰ ਹੁੰਦਾ ਹੈ, ਜਿੱਥੇ ਤੁਹਾਨੂੰ ਇੱਕ ਟਾਈਟ ਫਿਟਰ ਮਾਸਕ ਦੀ ਲੋੜ ਹੈ। ਉਹ ਸਾਰੇ ਸੈਗਮੈਂਟਸ ਦੇ ਵਿੱਚ ਜਿਹੜੇ ਬੀਅਰਡਡ ਕਮਿਊਨਿਟੀ ਹੈਗੀ ਹੈ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਤੇ ਜਿਹੜੇ ਫੇਥ ਆਬਜ਼ਰਵੈਂਟ ਨੇ ਅਨਫੋਰਚੂਨੇਟਲੀ ਜਾਂ ਤੇ ਸ਼ੇਵ ਕਰਨ ਜਾਂ ਦੇ ਕੈਨੋਟ ਇਵਨ ਅਪਲਾਈ ਫॉर ਦੋਸ ਜੌਬਸ। ਅਸੀਂ ਫਿਰ ਇਹ ਸੋਚਿਆ ਕਿ ਕਮਲਾ ਹੈਰਿਸ ਦੇ ਵੇਲੇ ਤੇ ਇਹ ਸੋਲੂਸ਼ਨ ਨਹੀਂ ਸੀਗਾ, ਹੁਣ ਅਸੀਂ ਇਹ ਸੋਲੂਸ਼ਨ ਨੂੰ ਕੱਢਿਆ ਹੈ। ਅਸੀਂ ਉਸ ਵੇਲੇ ਟਵੀਟ ਵੀ ਕੀਤਾ ਸੀ ਕਮਲਾ ਹੈਰਿਸ ਨੂੰ, ਬਟ ਓਬਵੀਅਸਲੀ ਉਸ ਵੇਲੇ ਸਾਡੀ ਜਿਹੜੀ ਵੌਇਸ ਹੈਗੀ ਉਹਨਾਂ ਤੱਕ ਤਾਂ ਸ਼ਾਇਦ ਨਾ ਪਹੁੰਚੀ ਹੋਵੇ। ਬਟ ਇਹ ਜ਼ਰੂਰ ਹੈਗਾ ਕਿ ਇਸ ਪੈਂਡੇਮਿਕ ਨੇ ਟਿਪ ਆਫ ਦਾ ਆਈਸਬਰਗ ਦੀ ਪ੍ਰੋਬਲਮ ਨੂੰ ਸਾਹਮਣੇ ਲੈ ਕੇ ਆਇਆ ਤੇ ਗੁਰੂ ਦੀ ਕਿਰਪਾ ਨਾਲ ਅਸੀਂ ਇਹ ਸੋਲੂਸ਼ਨ ਕੱਢਿਆ UK ਵਿੱਚ। ਦੁੱਖ ਇਸ ਗੱਲ ਦਾ ਹੈਗਾ ਕਿ ਵੀ ਆਰ ਦਾ ਇਨੋਵੇਟਰਸ ਇਨ UK। ਸਾਡੀ ਟੈਕਨੀਕ ਹੋਰ ਮੁਲਕ ਯੂਜ਼ ਕਰ ਰਹੇ ਨੇ ਜਿਹੜੇ ਸਾਡੇ ਨਾਲ ਇਕੁਅਲੀ ਕੰਪੀਟੈਂਟ ਨੇ ਤੇ ਇਕੁਅਲੀ ਡਿਵੈਲਪਡ ਨੇ, ਉਹ ਯੂਜ਼ ਕਰ ਰਹੇ ਨੇ
ਤੇ ਅਨਫੋਰਚੂਨੇਟਲੀ ਅਸੀਂ ਇੱਥੇ ਪ੍ਰੋਬਲਮ ਫੇਸ ਕਰ ਰਹੇ ਹਾਂ ਤੇ ਸਾਡੀ ਸਰਕਾਰ ਇਸ ਚੀਜ਼ ਨੂੰ ਇਸ ਵੇਲੇ ਮਨਜ਼ੂਰੀ ਤੱਕ ਨਹੀਂ ਦੇ ਸਕੀ ਹੈ, ਇਸ ਗੱਲ ਦਾ ਦੁੱਖ ਹੈਗਾ। ਡਾਕਟਰ ਸਾਹਿਬ, ਜਦੋਂ ਕੋਵਿਡ ਦੇ ਦਰਮਿਆਨ ਤੁਸੀਂ ਸਟਾਰ ਦੇ ਵਿੱਚ ਇਹਨਾਂ ਨੂੰ ਬਹੁਤੀ ਮਤਲਬ ਇਹਨਾਂ ਦੇ ਕੋਈ ਇਸ਼ੂ ਨਹੀਂ ਠਾਇਆ, ਉਦੋਂ ਤੁਸੀਂ ਆਪਰੇਸ਼ਨ ਵਗੈਰਾ ਪਰਫਾਰਮ ਕਰਦੇ ਸੀਗੇ ਪਹਿਲਾਂ? ਜੀ, ਮੈਂ ਆਪਣੇ ਆਪਰੇਸ਼ਨ FFP3 ਮਾਸਕ ਤੇ ਠਾਠਾ ਲਾ ਕੇ ਕਰਦਾ ਰਿਹਾ ਸਾਰੇ, ਤੇ HSC ਅਪਰੂਵਲ ਲਈ ਅਵੇਟ ਹੋ ਰਿਹਾ ਸੀਗਾ, ਕਿਉਂਕਿ HSC ਦੀ ਅਪਰੂਵਲ ਦੀ ਐਪਲੀਕੇਸ਼ਨ ਸਾਡੀ ਗਈ ਹੋਈ ਸੀਗੀ। ਤੇ ਮੇਰੇ ਕੁਝ ਸਿੱਖ ਭਰਾ ਹੈਗੇ ਨੇ ਜਿਨ੍ਹਾਂ ਨੇ ਫਿਰ PAPR ਯੂਜ਼ ਕਰਕੇ ਫਿਰ ਵਿਚਾਰੇ ਕੰਮ ਕਰਦੇ ਸੀਗੇ, ਬਟ ਉਹ PAPR ਹਰ ਪਾਸੇ ਯੂਟਿਲਿਟੀ ਨਹੀਂ ਦੇ ਸਕਦਾ ਸੀ। ਜਿੱਥੇ ਲੂਪ ਦੀ ਲੋੜ ਹੁੰਦੀ ਹੈ, ਜਿੱਦਾਂ ਡੈਂਟਿਸਟ ਨੇ ਜਾਂ ਕਾਰਡੀਅਕ ਸਰਜਰੀ ਵਿੱਚ ਜਿਹੜੇ ਲੂਪਸ ਪਾਣੇ ਪੈਂਦੇ ਨੇ, ਉਹ ਤੁਸੀਂ PAPR ਲਾ ਕੇ ਨਹੀਂ ਕਰ ਸਕਦੇ ਸੀਗੇ। ਸੋ ਦੇਰ ਹੈਜ਼ ਬੀਨ ਸਿਗਨੀਫਿਕੈਂਟ ਇਸ਼ੂਜ਼ ਫॉर ਸੋ ਮੈਨੀ ਡਾਕਟਰਸ ਜਿਹੜੇ ਉਹ ਯੂਜ਼ ਨਹੀਂ ਕਰ ਸਕਦੇ ਸੀ FFP3, ਤੇ ਉਹਨਾਂ ਨੂੰ ਫਿਰ ਰੀਡਿਪਲੋਏ ਵੀ ਕੀਤਾ ਗਿਆ ਸੀ ਇਨ ਡਿਫਰੈਂਟ ਸੈਕਸ਼ਨ। ਡਾਕਟਰ ਸਾਹਿਬ, ਤੁਹਾਨੂੰ ਪਤਾ ਕਿ UK ਦੇ ਵਿੱਚ ਆਪਣੀ ਬ੍ਰਿਟਿਸ਼ ਸਿੱਖ ਡੈਂਟਲ ਐਸੋਸੀਏਸ਼ਨ ਹੈਗੀ ਹੈ, ਤੇ ਤੁਹਾਡਾ ਵੀ ਤਾਂ ਕੁਛ ਇੱਦਾਂ ਦਾ ਹੋਏਗਾ, ਤੁਹਾਡੇ ਸਰਜਨਾਂ ਦਾ ਜਾਂ ਕੋਈ ਜਿਹੜੇ ਤੁਸੀਂ ਕੰਸਲਟੈਂਟ ਹੈਗੇ ਉਹਨਾਂ ਦਾ ਕੋਈ ਹੈ ਨਹੀਂ ਇੱਦਾਂ ਦੀ ਐਸੋਸੀਏਸ਼ਨ ਵਗੈਰਾ? ਜੀ, ਜਿਹੜੀ ਸਾਡੀ ਸਟੱਡੀ ਹੋਈ ਸੀਗੀ ਇਹਦੇ ਵਿੱਚ ਅਸੀਂ ਸਾਰੇ ਇਨਵੋਲਵ ਇਕੱਠੇ ਸੀਗੇ। ਸੁਖਦੇਵ ਜੀ ਫਰੋਮ ਸਿੱਖ ਡਾਕਟਰ ਐਸੋਸੀਏਸ਼ਨ, ਗਗਨਦੀਪ ਜੀ ਫਰੋਮ BSDO, ਤੇ ਸੁਖਪਾਲ ਗਿੱਲ ਫਰੋਮ SDDA, ਉਧਰੋਂ ਗੁਰਚਰਨ ਧਾਵਾ, ਹੀ ਇਜ਼ ਦ ਪ੍ਰੋਫੈਸਰ ਆਫ ਡਾਇਵਰਸਿਟੀ ਅਫੇਅਰਸ ਇਨ ਯੂਨੀਵਰਸਿਟੀ ਆਫ ਬੈਡਫੋਰਡਸ਼ਾਇਰ, ਫਿਰ CS Ubi ਪ੍ਰੈਜ਼ੀਡੈਂਟ ਆਫ ਦ ਡੈਂਟਲ ਐਸੋਸੀਏਸ਼ਨ ਆਫ UK। ਅਸੀਂ ਸਾਰਿਆਂ ਦੀ ਜੁਆਇੰਟ ਸਟੱਡੀ ਪਬਲਿਸ਼ ਹੋਈ ਹੈ, ਸੋ ਵੀ ਵਰ ਆਲ ਟੁਗੇਦਰ ਇਨ ਦਿਸ। ਡਾਕਟਰ ਸਾਹਿਬ, ਮੈਂ ਇਹ ਨਹੀਂ ਚਾਹੁੰਦਾ ਕਿ ਇਹਦੇ 'ਚ ਕੋਈ ਸ਼ਾਰਟਕਟ ਹੋਵੇ, ਕਿਉਂਕਿ ਹੈਲਥ ਐਂਡ ਸੇਫਟੀ ਦਾ ਇਸ਼ੂ ਹੋਏਗਾ, ਗਵਰਨਮੈਂਟ ਬੜੀ ਸੀਰੀਅਸ ਉਹਨੂੰ ਦੇਖਦੀ ਹੈ ਉਹ ਚੀਜ਼ਾਂ ਨੂੰ, ਲੇਕਿਨ ਕਿਉਂਕਿ ਤੁਹਾਨੂੰ ਪਤਾ ਡਾਕਟਰਾਂ ਦੀ ਬੇਸ਼ੁਮਾਰ ਸ਼ਾਰਟੇਜ ਹੈ ਕੰਟਰੀ 'ਚ, ਨੈਸ਼ਨਲ ਹੈਲਥ ਇਜ਼ ਨਾਟ ਫੰਕਸ਼ਨਿੰਗ ਐਜ਼ ਇਟ ਸ਼ੁੱਡ ਡੂ। ਹੁਣ ਜੇ ਤੁਸੀਂ ICU ਦੇ ਕੈਜੂਅਲਟੀ ਦੀ ਤੁਸੀਂ ਗੱਲ ਕਰੋ, ਜਦੋਂ ਲੋਕ ਜਾਂਦੇ ਨੇ 4-4 ਘੰਟੇ 5-5 ਘੰਟੇ ਉਹਨਾਂ ਨੂੰ ਦੇਖਿਆ ਨਹੀਂ ਜਾਂਦਾ। ਆਫ ਕੋਰਸ ਐਮਰਜੈਂਸੀ ਕੇਸਿਸ ਇਮੀਡੀਏਟਲੀ ਲੈ ਲੈਂਦੇ ਨੇ ਡਿਪੈਂਡਿੰਗ ਤੁਹਾਨੂੰ ਅਸੈਸ ਕਰਕੇ। ਤੇ ਜਿਹੜਾ ਵੀ ਜਿਨ੍ਹਾਂ ਨੇ ਹੁਣ ਆਬਜੈਕਸ਼ਨ ਇਸ਼ੂ ਕੀਤਾ ਕਿ ਇਹ ਤੁਹਾਨੂੰ ਕਿਸੇ ਤਰੀਕੇ ਨਾਲ ਰਿਕਮੈਂਡੇਸ਼ਨ ਨਹੀਂ ਦੇ ਰਹੇ ਤੁਹਾਨੂੰ ਕਿ ਤੁਸੀਂ ਇੱਦਾਂ ਕਰੋ ਕਿ ਅਸੀਂ ਵੀ ਤੁਹਾਨੂੰ ਸਪੋਰਟ ਕਰਦੇ ਆ, ਔਰ ਉਹਨਾਂ ਦੇ ਤੁਹਾਡੇ ਤੇ ਛੱਡ ਦਿੱਤਾ ਸਾਰਾ ਕਿ ਤੁਸੀਂ ਕਰੋ। ਜੀ, ਪ੍ਰੋਬਲਮ ਇੱਥੇ ਆਈ ਹੈਗੀ ਹੈ ਕਿ ਅੰਦਰੋਂ ਤੇ ਉਹਨਾਂ ਸਾਰਿਆਂ ਨੂੰ ਪਤਾ ਹੀ ਹੈਗਾ ਹੈ ਕਿ ਇਹ ਟੈਕਨੀਕ ਕੰਮ ਕਰਦੀ ਹੈ, ਅਦਰਵਾਈਜ਼ ਦੋ ਵੱਡੀਆਂ ਪਬਲੀਕੇਸ਼ਨਾਂ ਕਿਸ ਤਰ੍ਹਾਂ ਛਪ ਜਾਣਗੀਆਂ ਹਾਈ ਰੈਪਿਊਟਡ ਜਰਨਲਸ ਵਿੱਚ, ਤੇ CDC ਵੀ ਕੋਟ ਕਰ ਰਹੀ ਹੈ। ਦੇਰ ਇਜ਼ ਪਲੈਂਟੀ ਆਫ ਡੇਟਾ। इसके अलावा होर भी किन्ने सारे डेंटिस्ट सीगे जिन्हों ने स्टडी पास की है, बट हेजिटेशन के करके उन्होंने अपनी रिपोर्टां नहीं दित्तियां। इस करके असीं 27 बंदियां दी रिपोर्टां पब्लिश कीतियां जिन्होंने दिता सानू अपना डेटा। ते प्रॉब्लम हुण ये आ रही है कि हेल्प सारी करनी चाहते हैं, एवरीबॉडी नोज कि ये साइंटिफिकली वैलिड है। इशू हैगा कि मास्क मैन्युफैक्चरर जिन्हें मास्क बनाया है उन्हें अगर अपनी गाइडलाइन ये लिख दिता है कि इदां होना चाहिए तां तुसीं पास सकोगे, ਉਹਨਾਂ ਨੂੰ ਓਵਰਰਾਈਡ ਕਰਨ ਦੀ ਪਾਵਰ ਜਿਹੜੀ HSC ਹੈ ਉਹਨਾਂ ਕੋਲ ਨਹੀਂ ਹੈ। ਉਹ ਬੇਸਿਕਲੀ 705 ਵਿੱਚ ਪੈ ਗਏ ਨੇ ਕਿ ਅਸੀਂ ਹੈਲਪ ਤੁਹਾਡੀ ਕਰਨੀ ਚਾਹੁੰਦੇ ਆ, ਪਰ ਜੇ ਮੈਨੂਫੈਕਚਰਰ ਨੇ ਲਿਖ ਦਿੱਤਾ ਤੇ ਅਸੀਂ ਕਿਸ ਤਰ੍ਹਾਂ ਮੈਨੂਫੈਕਚਰਰ ਦੀ ਗੱਲ ਨੂੰ ਉਲਟਾ ਕਰੀਏ। ਪ੍ਰੋਬਲਮ ਇਹ ਆ ਰਹੀ ਤੇ ਸਾਨੂੰ ਇਹ ਕਹਿਣਾ ਹੈਗਾ ਕਿ ਇੱਕ ਤਾਂ ਮੈਨੂਫੈਕਚਰਰ ਨੇ ਇਕੁਐਲਿਟੀ ਇੰਪੈਕਟ ਅਸੈਸਮੈਂਟ ਦਾ ਖਿਆਲ ਨਹੀਂ ਰੱਖਿਆ, ਉਹਨਾਂ ਨੇ ਇਹ ਆਲਟਰਨੇਟਿਵ ਸਟੱਡੀ ਵੀ ਟੈਸਟ ਨਹੀਂ ਕੀਤੀ, ਤੇ ਉਹਨਾਂ ਦੀ ਇਸ ਡਿਸਕ੍ਰਿਮੀਨੇਟਰੀ ਰੂਲ ਨੂੰ ਓਵਰਟਰਨ ਕਰਨ ਦੀ ਜਿਹੜੀ ਪਾਵਰ ਹੈ ਇਟ ਪ੍ਰੋਬਬਲੀ ਸ਼ੁੱਡ ਲਾਈ ਵਿਦ NHS ਇੰਗਲੈਂਡ, ਔਰ ਜੇ ਇਹ ਵੀ ਨਹੀਂ ਕਰ ਸਕਦੇ ਤਾਂ UK ਪਾਰਲੀਮੈਂਟ ਸ਼ੁੱਡ ਓਵਰਰਾਈਡ ਇਟ। ਇਹੀ ਚੀਜ਼ ਇਹਨਾਂ ਨੇ ਕੀਤੀ ਹੈ। ਨਿਊ ਸਾਊਥ ਵੇਲਸ ਹੈਲਥ ਨੇ, ਉਹਨਾਂ ਦੀ ਜਿਹੜੀ ਹੈਲਥ ਅਥਾਰਟੀ ਹੈ ਉਹਨਾਂ ਨੇ ਓਵਰਰਾਈਡ ਕਰ ਦਿੱਤਾ ਹੈ ਕਹਿ ਕੇ ਕਿ ਭਾਈ ਤੁਸੀਂ ਤੇ ਗਾਈਡੈਂਸ ਦਿੱਤੀ ਹੈ, ਰੂਲ ਨਹੀਂ ਬਣਾਇਆ ਹੈਗਾ। ਤੁਸੀਂ ਇੱਕ ਜਨਰਲ ਗਾਈਡੈਂਸ ਦਿੱਤੀ ਹੈ ਕਿ ਹਾਂ ਭਾਈ ਕਲੀਨ ਸ਼ੇਵਨ ਹੋਣਾ ਚਾਹੀਦਾ, ਜੋ ਕਾਮਨ ਸੈਂਸ ਦੀ ਗੱਲ ਹੈ। ਬਟ ਜੇ ਕੋਈ ਬੰਦੇ ਨੇ ਸੋਲੂਸ਼ਨ ਕੱਢਿਆ ਹੈ ਕਿ ਬੀਅਰਡ ਉੱਪਰ ਤੁਸੀਂ ਕਵਰ ਪਾ ਕੇ ਫਿਟ ਟੈਸਟ ਪਾਸ ਕਰ ਸਕਦੇ ਹੋ, ਤੁਸੀਂ ਸਬਜੈਕਟ ਕਰ ਸਕਦੇ ਹੋ, ਇੰਨੇ ਬੰਦੇ ਪਾਸ ਹੋ ਗਏ ਨੇ, then they see no reason why common sense should not prevail, and that too in the situation of a pandemic. ਪ੍ਰੋਬਲਮ ਇਹ ਹੈਗੀ ਕਿ ਸਾਡੇ ਮੁਲਕ ਵਿੱਚ ਇਹ ਕਲਚਰਲ ਕੰਪੀਟੈਂਸ ਤੇ ਜਿਹੜੀ ਹਿੰਮਤ ਹੈਗੀ ਹੈ ਉਹ ਇਹਨਾਂ ਦੇ ਦਿਖਾਈ ਨਹੀਂ ਕਿਸੇ ਨੇ, ਤੇ ਅਸੀਂ ਚਾਹੁੰਦੇ ਹੈਗਾ ਕਿ ਇਹ ਦਿਖਾਣ। ਮੈਂ ਸਾਜਿਦ ਜਾਵੇਦ ਨਾਲ 3 ਵਾਰੀ ਮੀਟਿੰਗਾਂ ਵੀ ਕਰ ਚੁੱਕਿਆ ਤੇ ਉਹਨਾਂ ਨੂੰ ਮੈਂ ਆਪਣੀ ਸਾਰੀ ਡਿਟੇਲਸ ਵੀ ਦਿੱਤੀਆਂ ਹੋਈਆਂ ਨੇ। ਉਹਨਾਂ ਨੇ ਅੱਗੇ ਡਿਪਾਰਟਮੈਂਟ ਆਫ ਹੈਲਥ ਐਂਡ ਸੋਸ਼ਲ ਵੈਲਫੇਅਰ ਨੂੰ ਫਾਰਵਰਡ ਕੀਤਾ ਹੈ, ਪਰ ਕੋਈ ਪ੍ਰੋਗਰੈਸ ਹੋ ਨਹੀਂ ਰਹੀ ਹੈ। ਤੇ ਕਿੰਨਾ ਚਿਰ ਹੋ ਗਿਆ, ਸਾਲ 2 ਸਾਲ ਹੋ ਗਏ ਨੇ, ਅਸੀਂ ਉੱਥੇ ਦੇ ਉੱਥੇ ਬੈਠੇ ਹੋਏ ਹਾਂ। ਹੁਣ ਜਿਹੜੀ ਨਵੀਂ ਪਬਲੀਕੇਸ਼ਨ ਆਈ ਹੈਗੀ ਹੈ ਆਸਟ੍ਰੇਲੀਆ ਤੋਂ, ਮੈਂ ਉਹ ਫਰਦਰ ਐਵੀਡੈਂਸ ਵੀ ਦੇ ਚੁੱਕਿਆ ਉਹਨਾਂ ਨੂੰ, ਆਪਣੇ DHSW ਨੂੰ ਤੇ HSC ਨੂੰ, ਬਟ ਉਹ ਆਪਣੀ ਸਟੈਂਸ ਨੂੰ ਬਦਲਣ ਨੂੰ ਨਹੀਂ ਤਿਆਰ ਹੈਗੇ
ਕਿਉਂਕਿ ਉਹ ਮੈਨੂਫੈਕਚਰਰ ਦੀ ਗਾਈਡਲਾਈਨ ਸਾਹਮਣੇ ਰੱਖ ਕੇ ਉਹ ਆਪਣੀ ਗੱਲ ਕਰਦੇ ਨੇ। ਡਾਕਟਰ ਸਾਹਿਬ ਆਪਾਂ ਗੱਲਬਾਤ ਜਾਰੀ ਰੱਖਾਂਗੇ, ਟਾਈਮ ਇਜਾਜ਼ਤ ਨਹੀਂ ਦੇ ਰਹਾ। ਆਪਾਂ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਕਰਾਂਗੇ। ਕਾਫੀ ਸਵਾਲ ਹੈਗੇ, ਕਾਫੀ ਗੱਲਬਾਤ ਕਰਨੀ ਹੈ ਤੇ ਬੜਾ ਅੱਛਾ ਲੱਗਦਾ ਕਿ ਤੁਸੀਂ ਆਪਣਾ ਇਸ਼ੂ ਲੈ ਕੇ ਅਕਾਲ ਚੈਨਲ ਦੇ ਪਲੇਟਫਾਰਮ ਤੁਹਾਨੂੰ ਆਫਰ ਕੀਤਾ ਗਿਆ, ਤੁਸੀਂ ਆਪਣਾ ਇਸ਼ੂ ਲੈ ਕੇ ਆ ਗਏ ਹੋ। ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਇਨ ਦ ਸੈਕਿੰਡ ਪਾਰਟ। ਅਗਰ ਤੁਸੀਂ ਹੁਣੇ ਦੇਖਣਾ ਸ਼ੁਰੂ ਕੀਤਾ, ਐਵਰੀ ਟਾਈਮ ਜਦੋਂ ਮੇਰੀ ਬ੍ਰੇਕ ਹੁੰਦੀ ਮੈਂ ਹਮੇਸ਼ਾ ਕਹਿੰਦਾ ਪਲੀਜ਼ ਸ਼ੁਰੂ ਤੋਂ ਦੇਖਿਆ ਕਰੋ। ਕਈ ਦਫਾ ਬੜੀ ਇੰਪੋਰਟੈਂਟ ਗੱਲਾਂ ਜਿਹੜਾ ਮੇਨ ਇਸ਼ੂ ਹੁੰਦਾ ਸੀ ਸ਼ੁਰੂਆਤ ਵਿੱਚ ਕਰ ਲੈਂਦੇ ਹਾਂ ਅਤੇ ਜਿਹੜੇ ਬਾਹਰ ਹੁੰਦੇ ਆ ਆਮ ਕਨਵਰਸੇਸ਼ਨ ਹੁੰਦੀ ਆ ਬ੍ਰੇਕ ਤੋਂ ਬਾਅਦ। ਸੋ ਕਈ ਦਫਾ ਤੁਸੀਂ ਵਿਚਾਲੇ ਦੇਖਦੇ ਹੋ, ਜਿੱਦਾਂ ਤੁਸੀਂ ਕੋਈ ਸੀਰੀਅਲ ਦੇਖਦੇ ਹੋ ਜਾਂ ਕੋਈ ਆਪਣੀ ਧਾਰਮਿਕ ਫਿਲਮ ਵੀ ਦੇਖਦੇ ਹੋ, ਉਹ ਵੀ ਤੁਹਾਨੂੰ ਸ਼ੁਰੂ ਤੋਂ ਦੇਖਣਾ ਪੈਂਦਾ ਤਾਂ ਕਿ ਤੁਹਾਨੂੰ ਸਾਰੀ ਸਮਝ ਆਵੇ। ਚਲੋ ਅਸੀਂ ਆਪਣਾ ਮੁੱਦਾ ਅੱਗੇ ਲੈ ਕੇ ਜਾਣਾ, ਬੜਾ ਇੰਟਰਸਟਿੰਗ ਟੌਪਿਕ ਹੈ। ਅਕਾਲ ਚੈਨਲ ਹਮੇਸ਼ਾ ਮੈਂ ਪਹਿਲਾਂ ਕਹਿ ਕੇ ਹਟਿਆ, ਹਰ ਇਨਸਾਨ ਨੂੰ ਜਦੋਂ ਤਕਲੀਫ ਹੁੰਦੀ ਹੈ ਅਸੀਂ ਉੱਥੇ ਖੜ੍ਹੇ ਹੁੰਦੇ ਹਾਂ, ਮੋਢੇ ਨਾਲ ਲੈ ਕੇ ਖੜ੍ਹੇ ਹੁੰਦੇ ਹਾਂ। ਸਾਡੇ ਨਾਲ ਡਾਕਟਰ ਰਜਿੰਦਰਪਾਲ ਸਿੰਘ ਜੋ ਕਿ ਟ੍ਰਾਂਸਪਲਾਂਟ ਸਰਜਨ ਹੈਗੇ ਨੇ, ਬੜੀ ਵੱਡੀ ਪੋਜੀਸ਼ਨ ਇਨ ਮੈਡੀਕਲ ਦੇ ਵਿੱਚ ਅਗਰ ਤੁਸੀਂ ਟਰਮ ਦੇ ਵਿੱਚ ਲਵੋ। ਅਤੇ ਅਕਾਲ ਚੈਨਲ ਨੂੰ ਦੇਖੋ, ਇਹ ਦਿਸ ਇਜ਼ ਗਿਵ ਐਂਡ ਟੇਕ ਹੁੰਦਾ। ਤੁਸੀਂ ਸਾਰੇ ਸਾਨੂੰ ਸਪੋਰਟ ਕਰਦੇ ਹੋ। ਅੱਜ ਅਕਾਲ ਚੈਨਲ ਕਿਸੇ ਹੋਰ ਅਸਮਾਨ 'ਤੇ ਪਹੁੰਚਿਆ, ਇਹ ਅਸੀਂ ਨਹੀਂ ਪਹੁੰਚਾਇਆ, ਤੁਸੀਂ ਜਿਹੜੇ ਸਪੋਰਟ ਕਰਦੇ ਹੋ ਤੁਹਾਡੀ ਮਦਦ ਦੇ ਨਾਲ ਅਸੀਂ ਇੱਥੇ ਪਹੁੰਚੇ ਹਾਂ। ਆਈ ਰੀਅਲੀ ਵਾਂਟ ਟੂ ਸੀ ਦਿਸ ਚੈਨਲ ਗੋਇੰਗ ਹਾਇਰ ਐਂਡ ਹਾਇਰ। ਜਿੱਦਾਂ ਵੀ ਕੋਈ ਵੀ ਇੰਗਲਿਸ਼ ਚੈਨਲ ਹੈਗਾ ਉਹਦੇ ਨਾਲੋਂ ਘੱਟ ਸਾਡੀ ਕਵਰੇਜ ਨਹੀਂ ਹੈਗੀ। ਵੀ ਗੋ ਟੂ 157 ਕੰਟਰੀਜ਼ ਵਰਲਡ ਵਾਈਡ, ਬਟ 65 ਮਿਲੀਅਨ ਇੱਕ ਮਹੀਨਾ ਵਿੱਚ ਜਸਟ ਓਵਰ 2 ਮਿਲੀਅਨ ਬੰਦੇ ਪ੍ਰੋਗਰਾਮ ਦੇਖਦੇ ਨੇ। ਤੋ ਬੜਾ ਐਫਰਟ ਹੁੰਦਾ। ਬਰਮਿੰਘਮ ਸਾਡੇ ਸਟੂਡੀਓ ਇੰਡੀਆ ਦੇ ਵਿੱਚੋਂ ਅਤੇ ਲੰਡਨ ਦੇ ਵਿੱਚੋਂ ਕਰਦੇ ਆ ਤਾਂ ਕਿ ਅਸੀਂ ਤੁਹਾਡੇ ਪਾਸ ਇੱਦਾਂ ਦਾ ਸ਼ੋਅ ਲੈ ਕੇ ਆਉਂਦੇ ਹਾਂ। ਅੱਜ ਦਾ ਜਿਹੜਾ ਸ਼ੋਅ ਹੈਗਾ ਇਹ ਮਾਸਕ ਬਾਰੇ ਹੈਗਾ, ਕਿਉਂਕਿ ਜਦੋਂ ਤੁਸੀਂ ਕੋਈ ਵੀ ਸ਼ੋਅ ਦੇਖਦੇ ਹੋ ਪਲੀਜ਼ ਇਮੀਡੀਏਟਲੀ ਅਸੀਂ ਨਾ ਅਸਿਊਮ ਨਹੀਂ ਕਰਨਾ ਕਿ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਜਾਂ ਇਹ ਹੋ ਰਿਹਾ। ਉਹਦਾ ਡਿਟੇਲ ਵਿੱਚ ਜਾਓ, ਪ੍ਰੋਗਰਾਮ ਦੇਖੋ, ਫਿਰ ਤੁਹਾਨੂੰ ਸਮਝ ਪਏਗੀ ਕਿ ਹਾਂ ਕਿ ਇਹ ਡਿਸਕ੍ਰਿਮੀਨੇਸ਼ਨ ਹੈ, ਕਿ ਇਹ ਮੈਡੀਕਲ ਇਸ਼ੂ ਹੈਗਾ, ਹੈਲਥ ਐਂਡ ਸੇਫਟੀ ਹੈਗੀ ਹੈ। ਚਲੋ ਅਸੀਂ ਆਪਣਾ ਮੁੱਦਾ ਅੱਗੇ ਲੈ ਕੇ ਡਾਕਟਰ ਜੀ ਨਾਲ ਗੱਲ ਕਰਦੇ ਹਾਂ। ਡਾਕਟਰ ਜੀ ਵੈਲਕਮ ਬੈਕ ਇਨ ਦ ਸੈਕਿੰਡ ਪਾਰਟ। ਸਤਿ ਸ਼੍ਰੀ ਅਕਾਲ। ਡਾਕਟਰ ਜੀ ਮੈਂ ਚਾਹਾਂਗਾ ਕਿ ਤੁਸੀਂ ਥੋੜ੍ਹਾ ਬਹੁਤਾ ਨਾ ਰੀਕੈਪ ਕਰ ਦਿਓ ਥੋੜ੍ਹਾ ਜਿਹਾ, ਕਿਉਂਕਿ ਮੈਂ ਜਿੱਦਾਂ ਦੱਸ ਕੇ ਹਟਿਆ ਹੁਣੀ ਤੁਹਾਨੂੰ ਵਾਪਸ ਆਉਣ ਤੋਂ ਪਹਿਲਾਂ ਕਿ ਅਕਾਲ ਚੈਨਲ ਦੀ ਪਹੁੰਚ ਬੜੀ ਦੂਰ ਤੱਕ ਹੈ, ਬੜੀ ਦੂਰ ਤੱਕ ਘਰੋਂ ਘਰ ਆਵਾਜ਼ ਪਹੁੰਚਦੀ ਹੈ। ਕੋਈ ਨਾ ਕੋਈ ਤੇ ਇਨਸਾਨ, ਤੁਹਾਨੂੰ ਪਤਾ ਇੱਕ ਜਿਹੜਾ ਪਲੇਟਫਾਰਮ ਹੈ ਜਿਸ ਤਾਂ ਸ਼ੁਰੂਆਤ ਹੈਗੀ ਹੈ ਕਿ ਕੋਈ ਨਾ ਉੱਥੋਂ ਰਸਤਾ ਦਿਖਾਈ ਦੇਗਾ। ਅਤੇ ਥੋੜ੍ਹਾ ਜਿਹਾ ਰੀਕੈਪ ਕਰੋ ਤਾਂ ਕਿ ਜੋ ਵੀ ਪ੍ਰੋਗਰਾਮ ਦੇਖਦੇ ਆ, ਮੈਂ ਉਮੀਦ ਰੱਖਾਂਗਾ ਕੋਈ ਨਾ ਕੋਈ ਕਾਲ ਕਰਕੇ ਕੁਛ ਤੁਹਾਨੂੰ ਗਾਈਡ ਕਰਨਗੇ ਜਾਂ ਆਪਣੀ ਕਮਿਊਨਿਟੀ ਦੇ ਇਸ਼ੂ ਨੂੰ ਕਿੱਦਾਂ ਅੱਗੇ ਲੈ ਕੇ ਜਾ ਸਕਦੇ ਹੋ। ਜੀ, ਗੱਲ ਹੋ ਰਹੀ ਸੀ ਵੀਰ ਜੀ ਅਬਾਊਟ FFP3 N95 ਰੈਸਪੀਰੇਟਰ ਟਾਈਟ ਫਿਟਿੰਗ ਮਾਸਕ ਦੀ। ਇਹ ਜਿਹੜੇ ਮਾਸਕ ਨੇ ਇਹ ਹੈਲਥ ਕੇਅਰ ਇੰਡਸਟਰੀ ਵਿੱਚ ਲੋੜ ਹੈਗੇ ਨੇ ਬਿਕੋਜ਼ ਆਫ ਦਾ ਕੋਵਿਡ ਪੈਂਡੇਮਿਕ। ਇਹਨਾਂ ਦੀ ਰਿਕੁਆਇਰਮੈਂਟ ਜਿਹੜੀ ਹੈ ਵੱਧ ਗਈ ਹੈ। ਐਟ ਦਾ ਸੇਮ ਟਾਈਮ ਇਹ ਮਾਸਕ ਜਿਹੜੇ ਨੇ ਇਹ ਹੋਰ ਵੀ ਕਿੰਨੇ ਇੰਡਸਟਰੀਅਲ ਸੈਕਟਰ 'ਚ ਯੂਜ਼ ਹੁੰਦੇ ਨੇ। ਇਹਨਾਂ ਮਾਸਕਾਂ ਨੂੰ ਪਾਉਣ ਦੇ ਵਾਸਤੇ ਇੱਕ ਫਿਟ ਟੈਸਟ ਦੀ ਲੋੜ ਹੁੰਦੀ ਹੈ। ਉਹ ਫਿਟ ਟੈਸਟ ਜਿਹੜਾ ਹੈ ਉਹ ਡਿਸਾਈਡ ਕਰਦਾ ਹੈਗਾ ਕਿ ਸੀਲ ਹੈਗੀ ਹੈ ਕਿ ਨਹੀਂ ਮਾਸਕ ਦੀ। ਤੇ ਉਹ ਫਿਟ ਟੈਸਟ ਵਾਸਤੇ ਜਿਹੜੀ ਕੰਡੀਸ਼ਨਸ ਮੈਨੂਫੈਕਚਰਰ ਨੇ ਰੱਖੀ ਹੈ ਕਿ ਵੇਅਰਰ ਹੈਜ਼ ਟੂ ਬੀ ਕਲੀਨ ਸ਼ੇਵਨ, ਤੁਹਾਨੂੰ ਸ਼ੇਵ ਕਰਨੀ ਪੈਣੀ ਆਪਣੀ ਦਾੜੀ ਬਿਫੋਰ ਯੂ ਕੈਨ ਡੂ ਦਾ ਫਿਟ ਟੈਸਟ। ਇਹ ਹੁਣ ਸਾਨੂੰ ਥੋੜਾ ਜਿਹਾ ਇਨਡਾਇਰੈਕਟ ਡਿਸਕ੍ਰਿਮੀਨੇਸ਼ਨ ਲੱਗੀ ਕਿ ਜਿਹੜੇ ਬੀਅਰਡਡ ਫੇਥ ਆਬਜ਼ਰਵੈਂਟ ਨੇ ਉਹ ਹੁਣੇ ਮਾਸਕ ਨਹੀਂ ਪਾ ਸਕਦੇ। ਅਸੀਂ ਇੱਕ ਟੈਕਨੀਕ ਕੱਢੀ ਹੈ ਸਿੰਘ ਠਾਠਾ ਟੈਕਨੀਕ, ਜਿਹਦੇ ਨਾਲ ਅਸੀਂ ਇੱਕ ਪਿਲਾਟਿਸ ਸਟ੍ਰੈਚ ਬੈਂਡ ਨੂੰ ਪਾਦੇ ਹਾਂ ਦਾੜੇ ਉੱਪਰ ਤੇ ਉਹਦੇ ਉੱਪਰ ਮਾਸਕ ਫਿਟ ਕਰਕੇ ਅਸੀਂ ਦੇਖਿਆ ਹੈਗਾ ਕਿ ਸੀਲ ਬਣ ਜਾਂਦੀ ਹੈ। ਇਹਨੂੰ ਸਾਇੰਟੀਫਿਕਲੀ ਅਸੀਂ ਸਟੱਡੀ ਕਰਕੇ ਪਬਲਿਸ਼ ਵੀ ਕੀਤਾ ਤੇ ਨਿਊ ਸਾਊਥ ਵੇਲਸ ਵਿੱਚ ਵੀ ਇਹ ਪਬਲਿਸ਼ ਹੋ ਚੁੱਕਿਆ। ਉਹਨਾਂ ਦੀ ਗਵਰਨਮੈਂਟ ਨੇ NSW ਨੇ ਹੈਲਥ ਅਥਾਰਟੀ ਨੇ ਇਹਨੂੰ ਐਕਸੈਪਟ ਵੀ ਕਰ ਲਿਆ। ਤੇ ਰੀਸੈਂਟਲੀ ਟੋਰੰਟੋ ਦੇ ਵਿੱਚ ਕਿੰਨੇ ਸਿੱਖ ਗਾਰਡ ਸਿਕਿਉਰਿਟੀ ਵਾਲਿਆਂ ਨੂੰ ਜੌਬ ਤੋਂ ਕੱਢ ਦਿੱਤਾ ਗਿਆ ਸੀ ਕਿ ਤੁਹਾਡੀ ਦਾੜੀ ਕਰਕੇ ਤੁਸੀਂ ਮਾਸਕ ਨਹੀਂ ਪਾ ਸਕਦੇ। ਉਹ ਵੀ ਹੁਣ ਓਵਰਟਰਨ ਹੋ ਗਿਆ ਤੇ ਉਹਨਾਂ ਦੀ ਸਰਕਾਰ ਨੇ ਵੀ ਸਿੰਘ ਠਾਠਾ ਟੈਕਨੀਕ ਨੂੰ ਐਕਸੈਪਟ ਕਰ ਲਿਆ। ਅਸੀਂ ਬਸ ਇਹ ਰਿਕੁਐਸਟ ਕਰਦੇ ਹਾਂ ਇਸ ਚੈਨਲ ਦੁਆਰਾ ਕਿ ਸਾਡੀ ਕੰਟਰੀ ਦੇ ਵਿੱਚ ਵੀ ਇਹ ਟੈਕਨੀਕ ਨੂੰ ਐਕਸੈਪਟ ਕੀਤਾ ਜਾਵੇ, ਕਿਉਂਕਿ ਇੱਕ ਇਹ ਸਾਇੰਟੀਫਿਕਲੀ ਵੈਲਿਡ ਹੈ, ਦੂਸਰਾ ਇਹ ਐਬਸੋਲੂਟਲੀ ਹੈਲਥ ਐਂਡ ਸੇਫਟੀ ਪੁਆਇੰਟ ਨਾਲੋਂ ਸੇਫ ਹੈਗੀ ਹੈ ਤੇ ਮੋਰ ਇੰਪੋਰਟੈਂਟਲੀ ਇਹਦੇ ਨਾਲ ਬਹੁਤ ਸਾਰੇ ਡਾਕਟਰਸ ਜਿਨ੍ਹਾਂ ਨੂੰ ਹਟਾ ਦਿੱਤਾ ਜਾਏਗਾ ਫਰੰਟ ਲਾਈਨ ਤੋਂ, ਉਹ ਵਾਪਸ ਆ ਕੇ ਕੰਮ ਕਰ ਸਕਦੇ ਨੇ। ਪੁਲਿਸ ਪ੍ਰਿਜ਼ਨਸ ਡਿਫਰੈਂਟ ਸੈਕਸ਼ਨਸ 'ਚ ਵੀ ਕੰਮ ਕਰ ਸਕਦੇ ਨੇ। ਮੈਂ ਇੱਕ ਪੈਟੀਸ਼ਨ ਸਟਾਰਟ ਕੀਤੀ ਹੈ change.org ਵਿੱਚ, ਸਟਾਪ ਡਿਸਕ੍ਰਿਮੀਨੇਸ਼ਨ, faith observant Jews, Muslim, Sikhs can also wear FFP3 mask using Singh Thata technique। ਉਹਦੇ ਵਿੱਚ ਜੇ ਤੁਹਾਨੂੰ ਠੀਕ ਲੱਗੇ ਪੜੋ ਤੇ ਕਾਈਂਡਲੀ ਸਪੋਰਟ ਕਰੋ ਇਫ ਯੂ ਫੀਲ ਅਪਰੋਪਰੀਏਟ। ਥੈਂਕ ਯੂ। ਡਾਕਟਰ ਸਾਹਿਬ, ਜਿੱਦਾਂ ਨਿਊ ਸਾਊਥ ਵੇਲਸ ਨੇ ਇਹਨਾਂ ਨੇ ਜੋ ਵੀ ਕਰਕੇ ਅਪਰੂਵ ਕਰਾ ਲਿਆ, ਉਸੇ ਤਰ੍ਹਾਂ ਕੈਨੇਡਾ ਨੇ ਕਰਾ ਲਿਆ।
ਉੱਦਾਂ ਦੀ ਚੀਜ਼ ਤੁਸੀਂ ਕੁਝ ਇੰਪਲੀਮੈਂਟ ਉਹਨਾਂ ਦੇ ਗਾਈਡ ਕਰਕੇ, ਆਫ ਕੋਰਸ ਹਰ ਕੰਟਰੀ ਦੇ ਰੂਲਸ ਐਂਡ ਰੈਗੂਲੇਸ਼ਨ ਡਿਫਰੈਂਟ ਹੁੰਦੇ ਆ, ਪੋਲੀਟਿਕਸ ਡਿਫਰੈਂਟ ਹੁੰਦੀਆਂ ਨੇ, ਇਹਨਾਂ ਦਾ ਹੈਲਥ ਐਂਡ ਸੇਫਟੀ ਦਾ ਆਪੋ ਆਪਣਾ ਹਿਸਾਬ ਹੁੰਦਾ ਆਪਣੇ ਮੁਲਕ ਦੇ ਮੁਤਾਬਿਕ, ਤੇ ਜੇ ਉਸ ਗਾਈਡਲਾਈਨ ਤੇ ਤੁਸੀਂ ਚੱਲੋ ਕੋਈ ਤੁਹਾਨੂੰ ਮਦਦ ਹੋ ਸਕਦੀ ਹੈ? ਜੀ ਉਹਨਾਂ ਦੀ ਸਾਰੀਆਂ ਗਾਈਡਲਾਈਨਸ ਅਸੀਂ ਦਿੱਤੀਆਂ ਨੇ ਬਣਾ ਕੇ। ਮੇਨਲੀ ਸਾਡੀ ਟੈਕਨੀਕ ਪਾਇਓਨੀਅਰਡ ਹੋਈ ਹੈ ਯੂਕੇ ਵਿੱਚ, ਅਸੀਂ ਪਬਲਿਸ਼ ਕੀਤੀ ਸੀਗੀ ਇਨ ਜਰਨਲ ਆਫ ਹਸਪੀਟਲ ਇਨਫੈਕਸ਼ਨ। ਸਾਡੇ ਜਿਹੜੇ ਸੀ ਕੇਸ ਸੀਗੇ 5 ਕੁਆਂਟੀਟੇਟਿਵ ਟੈਸਟ ਤੇ 27 ਕੁਆਲੀਟੇਟਿਵ ਟੈਸਟ। ਉਹਨਾਂ ਨੇ ਸਾਡੀ ਸਟੱਡੀ ਨੂੰ ਫਰਦਰ ਕੀਤਾ ਹੈਗਾ ਤੇ 30 ਬੰਦਿਆਂ ਨੂੰ ਲੈ ਕੇ ਉਹਨਾਂ ਦੀ ਕੁਆਂਟੀਟੇਟਿਵ ਸਟੱਡੀ ਕੀਤੀ ਹੈ। ਸੋ ਥੀਸ ਬੋਥ ਆਰ ਸਟੱਡੀ ਇਨ ਕੰਟੀਨਿਊਟੀ ਸਪੋਰਟਿੰਗ ਈਚ ਅਦਰ, ਤੇ ਗਾਈਡਲਾਈਨ ਸੇਮ ਨੇ ਦੋਨਾਂ ਦੀਆਂ। ਓਨਲੀ ਡਿਫਰੈਂਸ ਇਜ਼ ਇਨ ਦ ਵਿਲ ਆਫ ਦ ਗਵਰਨਮੈਂਟ। ਉਹਨਾਂ ਦੀ ਗਵਰਨਮੈਂਟ ਹੈਜ਼ ਬੀਨ ਲਾਰਜ ਹਾਰਟਡ, ਦੇ ਹੈਵ ਅੰਡਰਸਟੂਡ, ਰਿਅਲਾਈਜ਼ ਕੀਤਾ ਉਹਨਾਂ ਨੇ ਕਿ ਪੈਂਡੇਮਿਕ ਸਿਚੁਏਸ਼ਨ ਹੈ ਤੇ ਇਹਦੇ ਵਿੱਚ ਸਾਨੂੰ ਕਲਚਰਲ ਕੰਪੀਟੈਂਟ ਤੇ ਸੇਫ ਹੋਣਾ ਚਾਹੀਦਾ ਹੈ। ਉਹਨਾਂ ਨੇ ਸਾਇੰਟੀਫਿਕ ਪਬਲੀਕੇਸ਼ਨ ਨੂੰ ਐਕਸੈਪਟ ਕਰ ਲਿਆ, ਅਸੀਂ ਨਹੀਂ ਕੀਤਾ ਇੱਥੇ। ਡਾਕਟਰ ਸਾਹਿਬ ਮੇਰੇ ਪਾਸ ਸਵਾਲ ਬੜੇ ਹੈਗੇ ਨੇ, ਬੜਾ ਲੱਕੀ, ਜਿੱਦਾਂ ਮੈਂ ਹੁਣੀ ਕਹਿ ਕੇ ਹਟਿਆ ਸੀ 2 ਮਿੰਟ ਨਹੀਂ ਹੋਏ ਕਿ ਕੋਈ ਨਾ ਕੋਈ ਪ੍ਰੋਗਰਾਮ ਦੇਖੇ ਕਿ ਕਾਲ ਕਰੇਗਾ ਸਾਡੇ ਨਾਲ। ਬੜੇ ਇੰਪੋਰਟੈਂਟ ਆਪਣਾ ਲੇਡੀ ਸਿੰਘ ਕਾਲ ਤੇ ਹੈਗੇ, ਅਸੀਂ ਉਹਨਾਂ ਦਾ ਕਾਲ ਲੈਂਦੇ ਹਾਂ। ਭੈਣ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਪਹਿਲੇ ਤਾਂ ਬਹੁਤ ਬਹੁਤ ਅੱਛਾ ਲੱਗਿਆ ਕਿ ਤੁਸੀਂ ਪ੍ਰੋਗਰਾਮ ਦੇਖ ਕੇ ਕਾਲ ਕੀਤਾ ਹੈ। ਅਗਰ ਤੁਹਾਡੇ ਵਰਗੇ ਬੰਦੇ ਅੱਗੇ ਆਣ ਕੇ ਕੁਝ ਮਦਦ ਕਰਨਗੇ ਤਾਂ ਜ਼ਰੂਰ ਕੋਈ ਨਾ ਕੋਈ ਇਹਦਾ ਰਸਤਾ ਦਿਖਾਈ ਦੇਗਾ। ਹਾਂਜੀ, ਇਹਨਾਂ ਨੇ ਡਾਕਟਰਾਂ ਨੇ ਬੜਾ ਹੀ ਮਿਹਨਤ ਕਰਕੇ ਤੇ ਬੜਾ ਅੱਛਾ ਕੰਮ ਕੀਤਾ। ਹਾਂ ਹਾਂ, ਸਿੱਖ ਡਾਕਟਰਸ ਵਾਸਤੇ ਤਾਂ ਅੱਜ ਨਾ ਇਜ਼ ਇਟ ਇਨ ਇੰਗਲਿਸ਼ ਔਰ ਯੂ ਵਾਂਟ ਇਨ ਪੰਜਾਬੀ? ਠੀਕ ਹੈ, ਪੰਜਾਬੀ ਚ ਕਰੋ, ਬੈਟਰ ਹੈ। ਹਾਂ, ਅੱਛਾ। ਇਹਨਾਂ ਸਿੱਖ ਡਾਕਟਰਸ ਦੇ ਰਲ ਕੇ ਬੜਾ ਕੰਮ ਕੀਤਾ ਔਰ ਬੜੇ ਟਾਈਮ ਦੇ ਸਿਰ ਤੇ ਨਾ ਸਿੱਖੀ ਦੀ ਜਿਹੜੀ ਸਿੱਖੀ ਸਰੂਪ ਹੈ ਉਹਨੂੰ ਬਚਾ ਲਿਆ। ਮੈਨੂੰ ਯਾਦ ਹੈ ਵੀ 2020 ਦੇ ਵਿੱਚ ਤੁਹਾਨੂੰ ਪਤਾ ਨਾ ਮੈਂ ਗਲੋਬਲ ਸਿੱਖ ਕਾਉਂਸਲ ਦੀ ਪ੍ਰੈਜ਼ੀਡੈਂਟ ਆ ਤੇ ਮੇਰੇ ਕੋਲ 30 ਕੰਟਰੀ ਜਿਹੜੇ ਨਾ ਮੈਂਬਰਸ ਆ ਤੇ ਮੈਨੂੰ ਆਸਟ੍ਰੇਲੀਆ ਦੇ ਮੈਂਬਰਾਂ ਦਾ ਫੋਨ ਆਇਆ ਕਿ ਕੀ ਕਰੀਏ ਹੁਣ ਕਿ ਇੱਥੇ ਦਾੜੀ ਕਹਿੰਦੇ ਕੱਟੋ ਤੇ ਅਸੀਂ ਗੁਰਸਿੱਖਾਂ ਅਸੀਂ ਨਹੀਂ ਕੱਟ ਸਕਦੇ। ਉਸ ਵੇਲੇ ਮੈਂ ਇਹਨਾਂ ਡਾਕਟਰਸ ਦਾ ਦੇਖਿਆ ਸੀ ਕਿ ਇਹ ਕੁਛ ਬਣਾਉਂਦੇ ਪਏ ਨੇ ਮਾਸਕ ਦਾ। ਫਿਰ ਮੈਂ ਇਹਨਾਂ ਨੂੰ ਕਾਂਟੈਕਟ ਕੀਤਾ ਤੇ ਇਹਨਾਂ ਨੇ ਬੜਾ ਸੋਹਣਾ ਕਾਂਟੈਕਟ ਕਰਕੇ ਆਸਟ੍ਰੇਲੀਆ ਵਾਲਿਆਂ ਨੂੰ ਦੱਸ ਦਿੱਤਾ ਕਿਸ ਤਰ੍ਹਾਂ ਮਾਸਕ ਬਣਾਈ ਹੈ ਕੀ ਹੈ। ਔਰ ਆਸਟ੍ਰੇਲੀਆ ਵਾਲਿਆਂ ਨੇ ਜਾ ਕੇ ਉੱਥੇ ਪਾਸ ਕਰਵਾ ਲਿਆ। ਉੱਥੇ ਵੇਲਸ ਉਹਨਾਂ ਦਾ ਹੈਗਾ ਜਿਹੜਾ ਏਰੀਆ, ਉੱਥੇ ਪਾਸ ਕਰਵਾ ਲਿਆ ਕਿ ਇਹ ਜਿਹੜੀ ਹੈਗੀ ਹੈ ਮਾਸਕ ਹੈ ਇਹ ਬਿਲਕੁਲ ਠੀਕ ਹੈ ਤੇ ਇਹ ਸਾਰਾ ਕੁਝ ਪ੍ਰੋਟੈਕਟ ਕਰਦੀ ਹੈ। ਪਰ ਪਤਾ ਨਹੀਂ ਸਾਡੇ ਇੱਥੇ ਮੁਲਕ ਦੇ ਵਿੱਚ ਕੀ ਆਫ ਹੋਇਆ ਹੋਇਆ ਕਿ ਉਹ ਇਹ ਕਿਉਂ ਨਹੀਂ ਸੋਰਟ ਆਊਟ ਕਰਦੇ ਪਏ। ਗੱਲ ਇੰਝ ਹੈ ਕਿ ਜਿਸ ਤਰ੍ਹਾਂ ਨਾ ਕੰਪਨੀਜ਼ ਹੁੰਦੀਆਂ ਉਹਨਾਂ ਨੇ ਗਾਈਡਲਾਈਨ ਦਿੱਤੀਆਂ, ਉਹਨਾਂ ਨੇ ਤੇ ਆਪਣੇ ਪੈਸੇ ਬਣਾਉਣੇ ਆ ਨਾ, ਉਹਨਾਂ ਦਾ ਨਹੀਂ ਪਸੰਦ ਕਿ ਕੋਈ ਹੋਰ ਆ ਕੇ ਉਹਨਾਂ ਨਾਲ ਸ਼ੇਅਰ ਕਰੇ। ਤੇ ਇਹ ਜਿਹੜਾ ਦਾੜੀ ਦਾ ਮਸਲਾ ਸਿੱਖਾਂ ਵਾਸਤੇ ਤਾਂ ਬਹੁਤ ਜ਼ਰੂਰੀ ਹੈ ਕਿਉਂਕਿ ਮੈਂਡੇਟਰੀ ਹੈ ਸਿੱਖਾਂ ਨੂੰ ਦਾੜੀ ਕੇਸ ਰੱਖਣੇ। ਤੇ ਬਸ ਦੂਜੇ ਧਰਮਾਂ ਵਾਲਿਆਂ ਨੂੰ, ਮੁਸਲਮਾਨਾਂ ਨੂੰ, ਕ੍ਰਿਸਚਨਸ ਨੂੰ, ਹਿੰਦੂਜ਼ ਨੂੰ, ਜਿਨ੍ਹਾਂ ਨੇ ਵੀ ਆਪਣਾ ਦਾੜੀ ਰੱਖਣੀ ਹੈ ਉਹਨਾਂ ਨੂੰ ਹੱਕ ਹੈ, ਉਹਨਾਂ ਨੂੰ ਫਰੀडम ਹੈ ਤੇ ਉਹਨਾਂ ਨੂੰ ਵੀ ਇਸ ਗੱਲ ਦੀ ਬੜੀ ਜ਼ਰੂਰਤ ਹੈ। ਤੇ ਇਸ ਕਰਕੇ ਤੇ ਚਾਹੁੰਦੇ ਹਾਂ ਕਿ ਇਹ ਜਿਹੜਾ ਮਸਲਾ ਹੈਗਾ ਜਲਦੀ ਤੋਂ ਜਲਦੀ ਲਿਆਂਦਾ ਜਾਏ ਗਵਰਨਮੈਂਟ ਦੇ ਸਾਹਮਣੇ, ਅੱਖਾਂ ਦੇ ਸਾਹਮਣੇ, ਤੇ ਇਹਨੂੰ ਸੋਰਟ ਆਊਟ ਕੀਤਾ ਜਾਏ। ਤੇ ਅਸੀਂ ਤੇ 1.5 ਸਾਲ ਹੋ ਗਿਆ ਸੋਚਿਆ ਕਿ ਵੀ ਠੀਕ ਹੋ ਗਿਆ ਕੰਮ ਤੇ ਬੱਚਿਆਂ ਵਾਸਤੇ ਕੋਈ ਮੁਸ਼ਕਿਲ ਨਹੀਂ, ਕੈਨੇਡਾ ਅਮਰੀਕਾ ਸਾਰੇ ਕਹਿੰਦੇ ਰਹੇ ਨੇ ਤੇ ਹੁਣ ਮਾਸਕ ਮਿਲ ਗਈ ਹੈ। ਪਰ ਇਹ ਸੁਣ ਕੇ ਕਿ ਜਿਹੜੀ ਹੈ ਨਾ ਉਹ ਨਹੀਂ ਪਾਸ ਕਰਦੇ ਪਏ, ਬੜੀ ਮਾੜੀ ਗੱਲ ਹੈ। ਤੇ ਹੁਣ ਮੈਂ ਜ਼ਰੂਰ, ਮੇਰੇ ਹਸਬੈਂਡ ਐਕਚੁਅਲੀ ਹੁਣ ਹਾਊਸ ਹੋਲਡ ਵਿੱਚ ਬੈਠੇ ਨੇ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਸੀ, ਮੈਂ ਅੱਗੇ ਵੀ ਕਰਦੇ ਰਹਿੰਦੇ ਹਾਂ। ਤੇ ਹੁਣ ਤਾਂ ਪਾਰਲੀਮੈਂਟ ਬੰਦ ਹੋਣ ਲੱਗੀ ਹੈ, ਰੀਸੈਸ ਤੇ ਜਾ ਰਹੀ ਹੈ ਤੇ ਅਕਤੂਬਰ ਸ਼ੁਰੂ ਹੋਏਗੀ ਤੇ ਜ਼ਰੂਰ ਮਸਲਾ ਚੁੱਕਾਂਗੇ, ਜ਼ਰੂਰ ਕੁਐਸਚਨ ਪੁੱਛਣਗੇ ਕਿ ਕੀ ਪ੍ਰੋਬਲਮ ਹੈ। ਜੇ ਉਹ ਸਾਰਾ ਕੁਝ ਪ੍ਰੋਟੈਕਟ ਕਰਦੀ ਹੈ ਤੇ ਸਾਰੇ ਲੀਗਲ ਰਿਕੁਆਇਰਮੈਂਟਸ ਮੀਟ ਹੋ ਜਾਂਦੀਆਂ ਤੇ ਇਹ ਥੋੜੀ ਹੈ ਕਿ ਜਿਹੜੀ ਕੋਈ ਹੋਰ ਗਾਈਡੈਂਸ ਦੇਣਾ, ਉਹ ਗਾਈਡੈਂਸ ਹੈ, ਲੋ ਤੇ ਨਹੀਂ ਨਾ। ਜੋ ਗਾਈਡੈਂਸ ਦਿੰਦੇ ਆ ਤੇ ਜੇ ਉਸ ਦੂਸਰੀ ਗਾਈਡੈਂਸ ਨਾਲ ਕੰਮ ਜ਼ਿਆਦਾ ਅੱਛਾ ਹੋ ਜਾਂਦਾ ਹੈ ਤੇ ਫਿਰ ਕਿਉਂ ਨਹੀਂ ਕੰਮ ਕਰਨ ਦਿੰਦੇ ਹੋ? ਸਾਰਿਆਂ ਨੂੰ ਆਪਣੀ ਮਰਜ਼ੀ ਦੇ ਨਾਲ, ਜਿਹੜਾ ਵੀ ਹੈ ਇਨਸਾਨ, ਜਿਹੜਾ ਆਦਮੀ ਆਪਣੀ ਦਾੜੀ ਰੱਖਣਾ ਚਾਹੁੰਦਾ ਹੈ ਉਹਨੂੰ ਪੂਰਾ ਹੱਕ ਹੈ ਤੇ ਉਹ ਫਿਰ ਮਾਸਕ ਪਾ ਸਕਦਾ। ਜੇ ਮਾਸਕ ਜਿਹੜੀ ਪ੍ਰੋਟੈਕਟ ਕਰਦੀ ਹੈ, ਉਹਨਾਂ ਨੇ ਪ੍ਰੂਫ ਦਿੱਤਾ ਕਿ ਕਰਦੀ ਹੈ ਤੇ ਇਹਦਾ ਹੋਣਾ ਚਾਹੀਦਾ। ਤੇ ਮੈਂ ਤੇ ਸਾਰਿਆਂ ਨੂੰ ਕਹਾਂਗੀ ਕਿ ਸਾਰੇ ਰਲ ਕੇ ਹਮਲਾ ਮਾਰਨ ਤੇ ਇਹ ਜਿਹੜਾ ਕੇਸ ਹੈ ਨਾ ਇਹਨੂੰ ਠੀਕ ਕਰ ਲਈਏ, ਇਹਨੂੰ ਮਾਸਕ ਦਾ ਜਿਹੜਾ ਨਾ ਪਾਸ ਕਰਵਾ ਲਈਏ। ਭੈਣ ਜੀ ਤੁਸੀਂ ਗਲੋਬਲ ਸਿੱਖ ਕਾਉਂਸਲ ਦੇ ਪ੍ਰੈਜ਼ੀਡੈਂਟ ਹੋ,
ਹਰ ਦਫਾ ਕਿਸੇ ਵੀ ਤਰ੍ਹਾਂ ਦਾ ਆਪਣਾ ਸਿੱਖੀ ਦਾ ਮੁੱਦਾ ਹੁੰਦਾ ਤੁਸੀਂ ਹਮੇਸ਼ਾ ਲੋਕਾਂ ਦੀ ਮਦਦ ਕਰਦੇ ਹੋ। ਪਹਿਲੀ ਗੱਲ ਤੇ ਦੇਖੋ ਤੁਸੀਂ ਪ੍ਰੋਗਰਾਮ ਦੇਖ ਕੇ ਅਕਾਲ ਚੈਨਲ ਨੂੰ ਤੁਸੀਂ ਹਮੇਸ਼ਾ ਸਪੋਰਟ ਕਰਦੇ ਹੋ, ਬੜਾ ਅੱਛਾ ਲੱਗਦਾ। 1 to 1 ਸਾਡੀ ਗੱਲ ਹੁੰਦੀ ਰਹਿੰਦੀ ਹੈ ਔਰ ਤੁਸੀਂ ਇਹ ਮੁੱਦੇ ਦੇ ਬਾਰੇ ਅਗਰ ਕੁਛ ਨਾ ਕੁਛ ਕੋਈ ਰਸਤਾ ਦਿਖਾਓਗੇ, ਇਹ ਸਿਰਫ ਆਪਣਾ ਜਿਹੜੇ ਡਾਕਟਰ ਜਿੰਦਰਪਾਲ ਹੈਗੇ ਉਹਨਾਂ ਦਾ ਨਹੀਂ, ਆਪਣੀ ਕਮਿਊਨਿਟੀ ਦਾ ਫਾਇਦਾ ਹੋਏਗਾ ਸਾਰੀ ਦੁਨੀਆ ਦੇ ਵਿੱਚ, ਸਪੈਸ਼ਲੀ ਯੂਕੇ ਦੇ ਵਿੱਚ। ਬਿਲਕੁਲ ਬਿਲकुल ਡਾਕਟਰ ਰਜਿੰਦਰ ਪਾਲ ਸਿੰਘ ਰਾਮ ਦੀ ਗੱਲ ਜਿਹੜੀ ਹੈ ਇਹ ਸਾਰੀ ਦੁਨੀਆ ਦੇ ਵਿੱਚ ਹੈ। ਜੇ ਕੈਨੇਡਾ 'ਚ ਸਿੱਖ ਬੈਠੇ ਆ ਤਾਂ ਉਹਨਾਂ ਨੂੰ ਵੀ ਲੋੜ ਹੈ, ਅਮਰੀਕਾ 'ਚ, ਮਲੇਸ਼ੀਆ 'ਚ, ਜਿੱਥੇ ਜਿੱਥੇ ਵੀ ਸਿੱਖ ਬੈਠੇ ਆ ਉਹਨਾਂ ਵਾਸਤੇ ਬੜੀ ਯੂਜ਼ਫੁਲ ਹੈ। ਔਰ ਖਾਸ ਕਰਕੇ ਮੈਂ ਤਾਂ ਜਦੋਂ ਕੋਵਿਡ ਸੀਗੀ, ਮੈਨੂੰ ਜਿਹੜਾ ਵੀ ਹੁੰਦਾ ਸੀ ਮੈਂ ਉਹਨਾਂ ਸਾਰਿਆਂ ਨੂੰ ਦੱਸਦੀ ਜਾਂਦੀ ਸੀ ਕਿ ਇੱਥੇ ਸਿੱਖਾਂ ਨੇ, ਸਾਡੇ ਡਾਕਟਰਾਂ ਨੇ ਬਣਾ ਲਈ ਹੈ। ਉਹਨਾਂ ਨੂੰ ਮੈਸੇਜ ਮੈਂ ਦਿੰਦੀ ਰਹਿੰਦੀ ਸੀਗੀ ਤੇ ਕਈਆਂ ਨੇ ਕੰਟੈਕਟ ਵੀ ਇਹਨਾਂ ਨੂੰ ਕੀਤਾ। ਤੇ ਮੈਂ ਤਾਂ ਐਕਚੁਅਲੀ ਮੈਂ ਐਵੇਂ ਵੀ ਕਹਾਂ, ਮੈਂ ਤਾਂ ਹੈਰਾਨ ਹੋ ਗਈ ਕਿ ਅਜੇ ਤੱਕ ਇਹਨਾਂ ਨੂੰ ਲੀਗਲੀ ਰਿਕੋਗਨਾਈਜ਼ ਕਿਉਂ ਨਹੀਂ ਕੀਤਾ। ਮੈਂ ਸਮਝਿਆ ਕਿ ਸਾਰਾ ਕੁਝ ਹੋ ਗਿਆ ਕਿਉਂਕਿ ਲੋਕਾਂ ਨੇ ਹੁਣ ਮੈਨੂੰ ਫੋਨ ਕਰਨੇ ਛੱਡਤੇ ਨਾ ਤੇ ਕਿ ਉਹਨਾਂ ਨੂੰ ਮਿਲ ਗਿਆ ਰਸਤਾ। ਤੇ ਮੈਂ ਕਿਹਾ ਚੱਲ ਐਸਾ ਕੰਮ ਹੋ ਗਿਆ। ਤੇ ਮੈਂ ਸੁਣ ਕੇ ਹੈਰਾਨ ਹੋ ਗਿਆ ਤੁਹਾਡੇ ਪ੍ਰੋਗਰਾਮ ਤੋਂ ਕਿ ਅਜੇ ਮਸਲਾ ਜਿਹੜਾ ਚੱਲਦਾ ਪਿਆ। ਤੇ ਬਾਕੀ ਅਸੀਂ ਪੂਰੀ ਮਦਦ ਕਰਾਂਗੇ ਤੇ ਸਾਰੇ ਮੁਲਕਾਂ ਦੇ ਵਿੱਚ ਅਵੇਅਰਨੈਸ ਕਰਾਵਾਂਗੇ ਕਿ ਸਾਰੇ ਹੀ ਆਪਣੇ ਕੰਟਰੀ ਦੇ ਵਿੱਚ ਜਿਹੜਾ ਇਹਨੂੰ ਲੀਗਲਾਈਜ਼ ਕਰ ਲੈਣ ਕਿ ਇਹ ਜਿਹੜੀ ਹੈਗੀ ਹੈ ਮਾਸਕ ਹੈ, ਇਹ ਪ੍ਰੋਟੈਕਟਿਵ ਹੈ, ਪੂਰਾ ਪ੍ਰੋਟੈਕਟ ਕਰਦੀ ਹੈ, ਇਹਦੇ ਇੰਨਾ ਕੋਈ ਖਤਰਾ ਨਹੀਂ ਹੈ। ਹਾਂਜੀ, ਲੇਡੀ ਸਿੰਘ, ਆਪਣੇ ਲਾਰਡ ਇੰਦਰਜੀਤ ਸਿੰਘ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਮੋਸਟ ਰਿਸਪੈਕਟਡ ਮੈਨ ਇਨ ਦਾ ਹਾਊਸ ਆਫ ਲਾਰਡ ਦੇ ਵਿੱਚ ਦੁਨੀਆ ਉਹਨਾਂ ਨੂੰ ਦੇਖਦੀ ਹੈ ਨਾ, ਜਦੋਂ ਸਾਡੇ ਵਰਗਾ ਕੋਈ ਚਲੇ ਜਾਂਦਾ ਅੰਦਰ, ਉਹ ਸਾਡੀ ਦਸਤਾਰ ਦੇਖ ਕੇ ਸਾਨੂੰ ਉੱਦਾਂ ਹੀ ਇੱਜ਼ਤ ਦਿੰਦੇ ਨੇ। ਦੇਖੋ ਇੱਕ ਬੰਦੇ ਦੀ ਕਾਮਯਾਬੀ ਕੀਤੀ, ਨਾਮ ਬਣਾਇਆ, ਔਰ ਸਿੱਖਾਂ ਨੂੰ ਰਿਸਪੈਕਟ ਮਿਲਦੀ ਹੈ ਉਹਦੀ। ਬੜਾ ਅੱਛਾ ਕੰਮ ਕਰਦੇ ਹੋ। ਅਸੀਂ ਹਮੇਸ਼ਾ ਅਰਦਾਸ ਕਰਾਂਗੇ ਭੈਣ ਜੀ ਤੁਹਾਡੀ ਲੰਬੀ ਉਮਰ ਰੱਖੇ, ਤੁਸੀਂ ਤੇ ਭਾਜੀ ਇਸੇ ਤਰ੍ਹਾਂ ਕੰਮ ਕਰਦੇ ਰਹੋ। ਤੁਹਾਡੀ ਬਹੁਤ ਲੋੜ ਹੈਗਾ, ਤੁਸੀਂ ਆਪਣੀ ਸਿੱਖਾਂ ਦੀ ਬੜੀ ਕਮਿਊਨਿਟੀ ਦੀ ਮਦਦ ਕਰ ਰਹੇ ਹੋ। ਬਿਲਕੁਲ ਜੀ, ਬਿਲਕੁਲ ਜੀ, ਸਾਡਾ ਹਰ ਸਿੱਖ ਦਾ ਫਰਜ਼ ਹੈ ਤੇ ਜਿੱਥੇ ਜਿੱਥੇ ਵੀ ਬੈਠੇ ਹੋ ਉਹ ਸਿੱਖੀ ਦੇ ਜਿਹੜੇ ਮਸਲੇ ਨਾ ਉਹਨਾਂ ਬਾਰੇ ਪੂਰੀ ਸਪੋਰਟ ਕਰਾਂ। ਤੇ ਅਸੀਂ ਤੇ ਹੁਣ ਮੈਂ ਤੇ ਪ੍ਰੈਸ ਰਿਲੀਜ਼ ਵੀ ਕਰਾਂਗੀ ਅਕਤੂਬਰ ਦੇ ਨੇੜੇ ਤੇੜੇ, ਜਦੋਂ ਕਿ ਪ੍ਰੈਸ ਜਦੋਂ ਪਾਰਲੀਮੈਂਟ ਖੁੱਲ ਜਾਏਗੀ ਤੇ ਉੱਥੇ ਇਹ ਜਿਹੜਾ ਮਸਲਾ ਨਾ ਉਹ ਚੁੱਕਾਂਗੇ। ਹਾਂਜੀ, ਥੈਂਕ ਯੂ ਵੈਰੀ ਮਚ, ਤੁਹਾਡਾ ਬਹੁਤ ਧੰਨਵਾਦ। ਨਹੀਂ, ਥੈਂਕ ਯੂ ਤੁਹਾਡਾ। ਮੈਂ ਅਵੇਅਰਨੈਸ ਰੇਜ਼ ਕੀਤੀ ਹੈ। ਮੈਂ ਡਾਕਟਰ ਸਾਹਿਬ ਨੂੰ ਤੁਹਾਡੇ ਕਨੈਕਸ਼ਨ ਵਗੈਰਾ ਦੇ ਦਾਂਗਾ ਤੇ ਪਲੀਜ਼ ਆਪਾਂ ਜਾ ਰਹੇ ਮੁੱਦਾ ਅੱਗੇ ਠਾਵਾਂਗੇ ਤੇ ਜੋ ਵੀ ਰਿਜ਼ਲਟ ਨਿਕਲੇਗਾ ਕਾਲ ਚੱਲਣ ਦੇ ਉੱਪਰ ਆਪਾਂ ਉਹਦਾ ਦੱਸਾਂਗੇ ਲੋਕਾਂ ਸਾਰਿਆਂ ਨੂੰ। ਥੈਂਕ ਯੂ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਦੇਖੋ, ਅਕਾਲ ਚੱਲਣ ਤੋਂ ਜਦੋਂ ਮੈਂ ਨਾ ਐਵੇਂ ਨਹੀਂ ਤਾਰੀਫ ਕਰਦਾ ਕਿ ਚੈਨਲ ਕਿੱਥੇ ਕਿੱਥੇ ਤੱਕ ਪਹੁੰਚਦਾ ਹੈ, ਕਿੱਦਾਂ ਮਦਦ ਆਉਂਦੀ ਹੈ। ਜਦੋਂ ਵੀ ਰੱਬ ਮਦਦ ਦਿੰਦਾ ਕੋਈ ਨਾ ਕੋਈ ਬਹਾਨਾ, ਕੋਈ ਨਾ ਕੋਈ ਹਿੱਲਾ ਬਣ ਜਾਂਦਾ ਹੈ। ਜੀ, ਮੈਂ ਵਾਕਈ ਸ਼ੁਕਰਗੁਜ਼ਾਰ ਹਾਂ ਲੇਡੀ ਸਿੰਘ ਦਾ ਤੇ ਲਾਰਡ ਇੰਦਰਜੀਤ ਸਿੰਘ ਤੇ ਸਾਡੇ ਤੇ ਲੇਡੀ ਸਿੰਘ, ਸਾਡੇ ਰੋਲ ਮਾਡਲਸ ਨੇ ਸਾਡੀ ਕਮਿਊਨਿਟੀ ਦੇ। ਤੇ ਤੁਹਾਡੀ ਚੈਨਲ ਦੀ ਰੀਚ ਬਹੁਤ ਹੀ ਅੱਛੀ ਹੈ ਐਂਡ ਇਹਨਾਂ ਦਾ ਆਸ਼ੀਰਵਾਦ ਸਾਨੂੰ ਮਿਲ ਰਿਹਾ ਹੈ। ਸੋ ਆਈ ਐਮ ਵੈਰੀ ਗ੍ਰੇਟਫੁਲ ਟੂ ਯੂ ਐਂਡ ਟੂ them ਐਂਡ ਟੂ ਅਕਾਲ ਚੈਨਲ ਐਂਡ ਇਹ ਗੁਰੂ ਦੀ ਕਿਰਪਾ ਹੈ ਸਾਰਿਆਂ ਉੱਪਰ। ਤੇ ਮੈਂ ਉਮੀਦ ਕਰਦਾ ਹੈਗਾ ਕਿ ਹੋਰ ਬੰਦੇ ਵੀ ਜੁੜਨ ਤੇ ਇਸ ਮੁਹਿੰਮ ਨੂੰ ਅੱਗੇ ਲੈ ਕੇ ਜਾਣ ਤੇ ਇਹ ਜਿਹੜੀ ਸਿੰਘ ਠਾਠਾ ਟੈਕਨੀਕ ਹੈ ਬੀਐਡ ਕਵਰ ਦੀ, ਇਸ ਨੂੰ ਅਸੀਂ ਕਿਸੇ ਤਰ੍ਹਾਂ ਪਾਰਲੀਮੈਂਟ ਵਿੱਚ ਐਕਸੈਪਟੈਂਸ ਇਹਦੀ ਅਸੀਂ ਕਰਾਈਏ। ਬਾਕੀ ਰਹੀ ਗੱਲ ਸੇਫਟੀ ਦੀ, ਇਹਦੇ ਵਿੱਚ ਸੇਫਟੀ ਦਾ ਕੋਈ ਇਸ਼ੂ ਹੀ ਨਹੀਂ ਹੈਗਾ ਕਿਉਂਕਿ ਜਿਹੜਾ ਮਾਸਕ ਹੈ ਉਹ ਤੇ ਸਾਰਿਆਂ ਨੇ ਪਾਉਣਾ ਹੈ। ਜਿਹੜੀ ਨਵੀਂ ਚੀਜ਼ ਐਡ ਹੋ ਰਹੀ ਹੈ ਉਹ ਹੈਗੀ ਹੈ ਇੱਕ ਇਲਾਸਟਿਕ ਬੈਂਡ ਹੈ, ਉਹਨੂੰ ਤੇ ਅਸੀਂ ਬੰਨ੍ਹ ਕੇ ਕੱਢਣ ਦੇ ਬਾਅਦ ਅਸੀਂ ਉਹਨੂੰ ਵਾਸ਼ ਵੀ ਕਰ ਸਕਦੇ ਹਾਂ। ਅਸੀਂ ਉਹਦੇ ਮਲਟੀਪਲ ਸਪਲਾਈਜ਼ ਵੀ ਆਪਣੇ ਕੋਲ ਰੱਖ ਸਕਦੇ ਹਾਂ ਬੰਨਣ ਲਈ। ਤਾਂ ਹੈਲਥ ਐਂਡ ਸੇਫਟੀ ਪੁਆਇੰਟ ਆਫ ਵਿਊ ਵਿੱਚ ਕੋਈ ਇਸ਼ੂ ਨਹੀਂ ਹੈ। ਮੇਰੇ ਹਸਪੀਟਲ ਦਾ ਜਿਹੜਾ ਹਸਪੀਟਲ ਲੀਡ ਹੈ ਸਾਡਾ ਇਨਫੈਕਸ਼ਨ ਕੰਟਰੋਲ ਦਾ, ਡਾਕਟਰ ਕਾਜ਼ਿਮ ਮੁਹੰਮਦ, ਉਹਦੇ ਨਾਲ ਵੀ ਮੇਰੀ ਗੱਲ ਹੋਈ ਤੇ ਉਹਨਾਂ ਨੇ ਵੀ ਆਪਣੀ ਸਟੇਟਮੈਂਟ ਦਿੱਤੀ ਸੀਗੀ ਕਿ ਉਹ ਵੀ ਕੰਸੀਡਰ ਕਰਦੇ ਨੇ ਕਿ ਹੈਲਥ ਐਂਡ ਸੇਫਟੀ ਪੁਆਇੰਟ 'ਤੇ ਸੇਫ ਹੈ। ਸੋ ਉਸ 'ਚ ਕੋਈ ਇਸ਼ੂਸ ਨਹੀਂ ਹੈਗਾ। ਅਸੀਂ ਐਸੀ ਫੀਲਡਸ 'ਚ ਕੰਮ ਕਰਦੇ ਹਾਂ ਜਿਹਦੇ ਵਿੱਚ ਇਨਫੈਕਸ਼ਨ ਕੰਟਰੋਲ ਜਿਹੜਾ ਹੈ ਉਹ ਬੜੀ ਇੰਪੋਰਟੈਂਟ ਚੀਜ਼ ਹੈ ਤੇ ਅਸੀਂ ਇਸ ਚੀਜ਼ ਵਿੱਚ ਸੀਨੀਅਰ ਆਫੀਸ਼ੀਅਲਸ ਵੀ ਹਾਂ ਹਸਪੀਟਲ ਦੇ ਤੇ ਅਸੀਂ ਕੋਈ ਗੈਰ ਜ਼ਿੰਮੇਦਾਰ ਸਟੇਟਮੈਂਟ ਕਦੀ ਦੇਵਾਂਗੇ ਨਹੀਂ। ਇਸ ਕਰਕੇ ਇਸ ਚੀਜ਼ ਦੇ ਬਾਰੇ ਕੋਈ ਵਰੀ ਕਰਨ ਦੀ ਲੋੜ ਨਹੀਂ ਹੈ। ਤੇ ਕੋਸ਼ਿਸ਼ ਇਹੀ ਹੈਗੀ ਹੈ ਕਿ ਹੁਣ ਕਾਮਨ ਸੈਂਸ ਵਾਲੀ ਜਿਹੜੀ ਅਪਰੋਚ ਹੈ ਇਟ ਸ਼ੁੱਡ ਟੇਕ ਓਵਰ ਤੇ ਜਿਹੜੀ ਐਪਰੋਪਰੀਏਟ NHS ਇੰਗਲੈਂਡ ਹੈ ਜਾਂ UK ਪਾਰਲੀਮੈਂਟ ਹੈ ਇਹਨੂੰ ਓਵਰਟਰਨ ਕਰਨ। ਤੇ ਇੱਕ ਇੰਪੋਰਟੈਂਟ ਗੱਲ ਮੈਂ ਤੁਹਾਨੂੰ ਸ਼ੇਅਰ ਕਰਨੀ ਚਾਹਾਂਗਾ, 2020 ਵਿੱਚ ਇੱਕ ਲੈਟਰ ਲਿਖਿਆ ਗਿਆ ਸੀ ਸਟੀਵਨ ਪੋਵਿਸ ਨੂੰ ਬਾਏ NHS ਦੀ REAG ਗਰੁੱਪ ਹੈਗੀ ਹੈ, ਰਿਲੀਜੀਅਸ ਐਥਨਿਕ ਐਡਵਾਈਜ਼ਰੀ ਗਰੁੱਪ ਹੈ। ਉਹਨਾਂ ਨੇ ਇੱਕ ਲੈਟਰ, ਜੁਆਇੰਟ ਲੈਟਰ ਲਿਖਿਆ ਸੀ ਇਹਨਾਂ ਨੂੰ, ਸਟੀਫਨ ਪੋਵਿਸ ਨੂੰ, NHS ਇੰਗਲੈਂਡ ਦੇ ਡਾਇਰੈਕਟਰ ਨੂੰ, ਜਿਹਦੇ ਵਿੱਚ ਉਹਨਾਂ ਨੇ ਕਲੈਰਿਟੀ ਦਿੱਤੀ ਸੀਗੀ ਕਿ ਸਿੰਘ ਠਾਠਾ ਟੈਕਨੀਕ ਇਜ਼ ਅ ਕਾਮਨ ਸੈਂਸ ਥਿੰਗ
ਪਬਲਿਸ਼ ਵੀ ਹੋ ਗਈ, ਇਹਨੂੰ ਐਕਸੈਪਟ ਕੀਤਾ ਜਾਵੇ, ਇੰਪਲੀਮੈਂਟ ਕੀਤਾ ਜਾਵੇ। ਉਹ ਸਿਗਨੇਟਰੀਜ਼ ਜਿਹੜੇ ਸੀਗੇ ਉਹਦੇ ਦੇ ਵਰ ਮੁਸਲਿਮ, ਜੂਇਸ਼ ਐਂਡ ਸਿੱਖ ਸੋਸਾਇਟੀ, ਸਾਰਿਆਂ ਨੇ ਇਹਦੇ 'ਚ ਸਾਈਨ ਕੀਤਾ ਸੀ ਪ੍ਰੈਸੀਡੈਂਟਸ ਨੇ, which means this is widely applicable and acceptable by the entire community. But unfortunately NHS ਇੰਗਲੈਂਡ ਦਾ ਉਹਦੇ ਬਾਅਦ ਵੀ ਕੋਈ ਰਿਸਪੌਂਸ ਨਹੀਂ ਆਇਆ, ਪ੍ਰੋਬੈਬਲੀ ਅਵੇਅਰਨੈਸ ਨਹੀਂ ਗਈ ਉਹਨਾਂ ਤੱਕ। ਅਸੀਂ ਇਹੀ ਚਾਹੁੰਦੇ ਹਾਂ ਤੁਹਾਡੇ ਚੈਨਲ ਦੁਆਰਾ ਜੇ ਇਹ ਚੀਜ਼ ਨੂੰ ਦੁਬਾਰਾ ਸੀਰੀਅਸਲੀ ਲਿੱਤਾ ਜਾਵੇ ਤੇ ਉਹ ਅਪਰੂਵ ਕਰ ਦੇਣ, ਜਸਟ ਲਾਈਕ NHSW ਹੈਲਥ ਹੈਜ਼ ਡਨ ਇਟ, ਜੇ ਉਹ ਵੀ ਆਪਣਾ ਕਾਈਂਡਲੀ ਇਹਨੂੰ ਥੋੜਾ ਜਿਹਾ ਕੰਪੈਸ਼ਨੇਟਲੀ ਦੇਖਣ ਤੇ ਇਸ ਨੂੰ ਅਪਰੂਵ ਕਰਨ। ਡਾਕਟਰ ਸਾਹਿਬ ਦੇਖੋ, ਮੈਂ ਹਮੇਸ਼ਾ ਕਹਿੰਦਾ ਨਾ, ਅਸੀਂ ਅਕਾਲ ਚੈਨਲ ਕੋਈ ਮਤਲਬ ਨਹੀਂ, ਆਪਣਾ ਫਰਜ਼, ਜਿੱਦਾਂ ਭੈਣ ਜੀ ਨੇ ਕਿਹਾ, ਲੇਡੀ ਸਿੰਘ ਨੇ ਨਾ, ਅਗਰ ਤੁਸੀਂ ਆਪਣਾ ਸੋਚਦੇ ਹੋ ਕਿ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਉਹ ਸੋਚ ਕੇ ਚੱਲੋਗੇ ਤਾਂ ਬੜਾ ਅੱਛਾ ਲੱਗਦਾ ਹੈ, ਬੜੀ ਕਮਿਊਨਿਟੀ ਦੀ ਮਦਦ ਹੋਗੀ। ਕੋਈ ਲਾਲਚ, ਕੋਈ ਮਤਲਬ ਨਹੀਂ ਇਹਦੇ ਵਿੱਚ, ਆਪਣੀ ਜ਼ਿੰਮੇਵਾਰੀ ਸੋਚੋ। ਜਦੋਂ ਮੈਨੂੰ ਤੁਹਾਡੇ ਇਸ਼ੂ ਦਾ ਪਤਾ ਲੱਗਿਆ ਤਾਂ ਮੈਨੂੰ ਫੀਲ ਹੋਇਆ ਕਿ ਵੀ ਦੇਖੋ, ਇੱਕ ਜਿਹੜਾ ਮੀਡੀਆ ਪਲੇਟਫਾਰਮ ਹੈਗਾ, ਇਸ ਵਨ ਆਫ ਦਾ, ਇਹ ਓਪਨਿੰਗ ਹੈਗੀ ਹੈ ਤੁਹਾਡੇ ਲਈ, ਦਰਵਾਜ਼ੇ ਖੋਲ੍ਹ ਦਿੰਦਾ ਸਾਰੇ ਹਰ ਤਰ੍ਹਾਂ ਦੇ। ਉਹਦੇ ਨਾਲ ਦੇ ਨਾਲ ਲਾਰਡਸ ਵਗੈਰਾ, MP ਵਗੈਰਾ, ਲੇਡੀ ਸਿੰਘ ਹੈਗੇ ਨੇ। ਇਹ ਮੈਂ ਇਕੱਲਾ ਖੱਪ ਪਾਈ ਜਾਂਗਾ ਭਾਜੀ, ਕਿਸੇ ਨੇ ਸੁਣਨੀ, ਬਿਕੋਜ਼ ਵੀ ਆਰ ਲਾਈਕ ਨੋ ਬੋਡੀ। ਅਸੀਂ ਤਾਂ ਸ਼ੋਅ ਕਰਦੇ ਹਾਂ, ਪ੍ਰੈਜ਼ੈਂਟ ਕਰਦੇ ਹਾਂ, ਤੁਹਾਡੇ ਵਰਗੇ ਇੰਟਰੋਡਕਸ਼ਨ ਗੈਸਟ ਲੈ ਕੇ ਆਉਂਦੇ ਹਾਂ। ਤੁਹਾਡੇ ਜਿਹੜੇ ਮੁੱਦੇ, ਜਿਹੜੇ ਤੁਸੀਂ ਆਪਣੀ ਕਮਿਊਨਿਟੀ ਦਾ ਨਾਮ ਬਣਾਉਂਦੇ ਹੋ, ਇੱਕ ਪ੍ਰੋਫੈਸ਼ਨਲ ਸਰਜਨ ਬਣ ਕੇ ਅਕਾਲ ਚੈਨਲ ਤੁਹਾਨੂੰ ਪਲੇਟਫਾਰਮ ਦੇ ਰਿਹਾ, ਤੁਹਾਨੂੰ ਸਪੋਰਟ ਦੇ ਰਿਹਾ। ਅੱਗੇ ਸਾਡੇ ਜਿਹੜੇ ਪੋਲੀਟੀਸ਼ੀਅਨ ਅੱਗੇ, ਮੈਂ ਉਮੀਦ ਰੱਖਾਂਗਾ ਕਿ ਤੁਹਾਡੇ ਹੁਣ ਤਾਂ ਮੈਨੂੰ ਲੱਗਦਾ ਤੁਹਾਡੇ ਦੇ ਦਰਵਾਜ਼ਾ ਖੁੱਲ੍ਹਾ, ਕੁਛ ਨਾ ਕੁਛ ਇੱਦਾਂ ਨਤੀਜਾ ਜ਼ਰੂਰ ਹੋਏਗਾ। ਦ ਪਾਰਲੀਮੈਂਟ ਇਜ਼ ਗੋਇੰਗ ਫॉर ਦ ਸਮਰ ਹੌਲੀਡੇਜ਼, ਮੈਨੂੰ ਲੱਗਦਾ ਸੂਨ, ਐਂਡ ਜਦੋਂ ਵਾਪਸ ਆਏਗੇ ਮੈਂ ਇਹਨਾਂ ਨੂੰ ਪਰਸਨਲੀ ਫੋਲੋ ਅਪ ਕਰਾਂਗਾ ਅਤੇ ਇਹਦਾ ਜੋ ਵੀ ਰਿਜ਼ਲਟ ਹੋਏਗਾ ਆਪਾਂ TV 'ਤੇ ਆਣ ਕੇ ਬਾਕੀ ਜਿਨ੍ਹਾਂ ਦੇ ਵੀ ਹੈਗੇ ਨੇ, ਜਿਨ੍ਹਾਂ ਨੂੰ ਅਸੀਂ ਸ਼ਾਬਾਸ਼ੀ ਕਹਿਣੀ, ਜਿਨ੍ਹਾਂ ਨੂੰ ਅਸੀਂ ਥੈਂਕ ਯੂ ਕਹਿਣਾ, ਉਹ ਸਾਡਾ ਫਰਜ਼ ਬਣਦਾ ਉਹਨਾਂ ਦੇ ਨਾਮ ਲੈ ਕੇ ਉਹਨਾਂ ਦਾ ਸ਼ੁਕਰਾਨਾ ਕੀਤਾ ਜਾਵੇ। ਡਾਕਟਰ ਸਾਹਿਬ ਜੀ, ਹੁਣ ਮੈਂ ਥੋੜ੍ਹੀ ਮੈਡੀਕਲ ਦੀ ਗੱਲ ਕਰਾਂ, ਅਸੀਂ ਇਮੀਡੀਏਟਲੀ ਨਾ ਇੱਕ ਕਹਿ ਦਿੰਦੇ ਹਾਂ, ਮੈਂ ਥੋੜ੍ਹਾ ਜਿਹਾ ਲਾਈਨ 'ਚੋਂ ਬਾਹਰ ਜਾਵਾਂਗਾ, ਹਾਲੇ ਥੋੜ੍ਹੇ 5-7 ਮਿੰਟ ਹੈਗੇ ਨੇ, ਕਿ ਅਸੀਂ ਕਹਿ ਦਿੰਦੇ ਹਾਂ ਇੱਥੇ ਡਿਸਕ੍ਰਿਮੀਨੇਸ਼ਨ ਬਹੁਤ ਹੈਗੀ ਹੈ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਬ੍ਰਿਟਿਸ਼ ਸਮਝੋ, ਪਹਿਲਾਂ ਤੁਸੀਂ ਸੋਚੋ ਕਿ ਗੋਰੇ ਤੁਹਾਡੇ 'ਚ ਕੋਈ ਫਰਕ ਨਹੀਂ ਹੈ। ਪਰ ਕਈ ਦਫਾ ਜਦੋਂ ਕੋਈ ਇੱਦਾਂ ਦਾ ਕੋਈ ਮੁੱਦਾ ਹੁੰਦਾ ਨਾ, ਤੁਹਾਨੂੰ ਯਾਦ ਕਰਾ ਦਿੰਦੇ ਨੇ ਕਿ ਤੁਸੀਂ ਫਿਰ ਵੀ ਬ੍ਰਿਟਿਸ਼ ਨਹੀਂ ਹੈਗੇ, ਪਰ ਉਹਨੂੰ ਪਰਸਨਲੀ ਨਹੀਂ ਲੈਣਾ ਚਾਹੀਦਾ, ਕਿਉਂਕਿ ਕਈ ਦਫਾ ਹੈਲਥ ਐਂਡ ਸੇਫਟੀ ਹੁੰਦੀ ਆ। ਅਸੀਂ ਇੱਕ ਜਿਹੜੀ ਗੱਲ ਲੋਡ ਕਰਕੇ ਬੈਠੇ ਡਿਸਕ੍ਰਿਮੀਨੇਸ਼ਨ ਦੀ, ਉਹ ਸਹੀ ਨਹੀਂ ਹੁੰਦੀ, ਕਈ ਦਫਾ ਹੁੰਦਾ ਵੀ ਹੋਏਗਾ, ਮੈਂ ਨਹੀਂ ਕਹਿੰਦਾ ਕਿ ਨਹੀਂ ਹੁੰਦਾ। ਹੁਣ ਜਿਹੜੇ ਡਾਕਟਰ ਦੀ ਬੇਸ਼ੁਮਾਰ ਸ਼ਾਰਟੇਜ ਹੈਗੀ ਆ, UK ਨੇ ਸ਼ਾਰਟੇਜ ਕਰਕੇ ਭਾਜੀ ਇਹਨਾਂ ਨੇ ਵੀਜ਼ਾ ਓਪਨ ਕੀਤਾ ਸੀਗਾ। ਕੋਈ ਵੀ ਮੈਡੀਕਲ ਟੀਮ 'ਚ ਤੁਸੀਂ ਨਰਸਿਸ ਹੈਗੇ ਹੋ, ਟ੍ਰੇਨਿੰਗ ਹੈਗੇ ਹੋ, ਡਾਕਟਰਸ ਵਗੈਰਾ ਹੈਗੇ ਨੇ, ਉਹਨਾਂ ਨੂੰ ਇਨਵਾਈਟ ਕਰਦੇ ਸੀ ਵਿਦਆਊਟ ਐਨੀ ਉਹਦੇ ਵੀਜ਼ਾ ਲਈ। ਆਫਕੋਰਸ ਉਹਨਾਂ ਦੇ ਚੈਨਲ ਦੇ ਥਰੂ ਜਾਣਾ ਪੈਂਦਾ ਸਾਰਾ ਕੁਝ, ਜੋ ਵੀ ਐਪਲੀਕੇਸ਼ਨ ਹੁੰਦੀ ਹੈ। ਹੁਣ ਇੱਕ ਇਨਸਾਨ ਇਸ ਅਹੁਦੇ 'ਤੇ ਪਹੁੰਚ ਕੇ ਇੱਕ ਟ੍ਰਾਂਸਪਲਾਂਟ ਸਰਜਨ ਬਣਿਆ, ਅਤੇ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਨੂੰ ਮਦਦ ਹੋਣੀ ਚਾਹੀਦੀ, ਕਿਤੇ ਨਾ ਕਿਤੋਂ ਹੋਏਗੀ। ਮੈਂ ਰੀਅਲੀ ਉਮੀਦ ਰੱਖਦਾ ਕਿ ਕਿਤੋਂ ਨਾ ਕਿਤੋਂ ਤੁਹਾਡਾ ਅੱਜ ਦਰਵਾਜ਼ਾ ਖੁੱਲ੍ਹੇਗਾ ਕੁਛ ਨਾ ਕੁਛ। ਜੀ, ਤੁਸੀਂ ਬਹੁਤ ਅੱਛੀ ਗੱਲ ਕਹੀ ਹੈ। ਮੈਂ ਅਕਾਲ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ, ਅਸੀਂ ਅਗਰ ਡਿਸਕ੍ਰਿਮੀਨੇਸ਼ਨ ਦੀ ਗੱਲ ਕਰੀਏ ਤਾਂ ਐਕਚੁਅਲੀ ਵਰਕ ਪਲੇਸ ਵਿੱਚ ਤੁਸੀਂ ਦੇਖੋ ਤਾਂ ਡਿਸਕ੍ਰਿਮੀਨੇਸ਼ਨ ਨਹੀਂ ਹੈ, ਕਿਉਂਕਿ ਮੈਂ ਟ੍ਰਾਂਸਪਲਾਂਟ ਸਰਜਰੀ ਕਰਦਾ। ਤੁਸੀਂ ਜਾਣੋਗੇ ਅਸੀਂ ਕੋਵਿਡ ਦੇ ਟਾਈਮ 'ਚ ਮੈਨਚੈਸਟਰ ਵਿੱਚ ਵੀ ਹੈਵ ਡਨ ਦਾ ਮੈਕਸਿਮਮ ਨੰਬਰ ਆਫ ਕਿਡਨੀ ਟ੍ਰਾਂਸਪਲਾਂਟਸ ਇਨ ਦ ਕੰਟਰੀ ਐਂਡ ਇਨ ਯੂਰਪ। ਅਤੇ ਜਿਹੜੇ ਅਸੀਂ ਟ੍ਰਾਂਸਪਲਾਂਟ ਕਰਦੇ ਹਾਂ, ਸਾਡੀ ਜਿਹੜੀ ਆਪਣੀ ਕਮਿਊਨਿਟੀ ਹੈ, ਏਸ਼ੀਅਨ ਕਮਿਊਨਿਟੀ, ਵੀ ਆਰ ਪ੍ਰੋਬੈਬਲੀ ਕੀ ਕਹਿੰਦੇ ਨੇ 20% ਨਹੀਂ 80% ਜਾਂ 60% ਲੈਸ ਲਾਈਕਲੀ ਟੂ ਬੀ ਆਰਗਨ ਡੋਨਰਸ। ਜਿਹੜੇ ਆਰਗਨ ਡੋਨਰ ਦੇ ਰਜਿਸਟਰ ਨੇ, ਸਾਡੇ ਬੰਦੇ ਉਹਦੇ ਵਿੱਚ ਆਰਗਨ ਡੋਨੇਸ਼ਨ ਲਈ ਜਾਂਦੇ ਨਹੀਂ ਹੈਗੇ, ਬਟ ਸਾਡੀ ਕਮਿਊਨਿਟੀ ਦੇ ਵਿੱਚ ਲੋੜ ਜ਼ਿਆਦਾ ਹੈ। we actually take up at least 4-5 times more number of organs proportionately based on our ethnicity, and we are equally less likely to put it in the pot. ਤੇ ਡਿਸਕ੍ਰਿਮੀਨੇਸ਼ਨ ਜਿਹੜੀ ਹੈ ਉਹ ਤੇ ਐਕਚੁਅਲੀ ਅਸੀਂ ਕਰਦੇ ਪਏ ਇੱਥੇ, ਕਿ ਅਸੀਂ ਆਰਗਨਸ ਲਈ ਜਾਂਦੇ ਹਾਂ ਤੇ ਸਾਡੀ ਕਮਿਊਨਿਟੀ ਡੋਨਰਸ ਬਣਦੀ ਨਹੀਂ ਹੈ। ਬਟ ਇੱਥੇ ਦਾ ਸਿਸਟਮ ਕਿੰਨਾ ਫੇਅਰ ਹੈ, ਤੁਸੀਂ ਨੋਟ ਕਰੋ ਕਿ ਜਿਸ ਵੇਲੇ ਆਰਗਨ ਡੋਨੇਸ਼ਨ ਦੇ ਬਾਅਦ ਕਿਹਨੂੰ ਕਿਡਨੀ ਜਾਣੀ ਹੈ, ਕਿਹਨੂੰ ਪੈਨਕ੍ਰੀਅਸ ਜਾਣਾ ਹੈ, ਇਹ ਕੋਈ ਨਹੀਂ ਦੇਖਦਾ ਕਿ ਉਹ ਹਿੰਦੂ ਹੈ, ਉਹ ਸਿੱਖ ਹੈ, ਉਹ ਮੁਸਲਮਾਨ ਹੈ। ਜਿਹੜਾ ਬੰਦੇ ਦਾ ਨਾਂ ਵੇਟਿੰਗ ਲਿਸਟ 'ਚ ਜਿਸ ਆਰਡਰ 'ਚ ਆਉਂਦਾ, ਕੰਪਿਊਟਰ ਦਾ ਨਾਂ ਜਨਰੇਟ ਕਰਦਾ, ਅਸੀਂ ਉਹਦਾ ਟ੍ਰਾਂਸਪਲਾਂਟ ਕਰਦੇ ਹਾਂ। ਸੋ ਇਹ ਮੁਲਕ ਦੇ ਵਿੱਚ ਤੇ ਸਿਫਤਾਂ ਹੀ ਸਿਫਤਾਂ ਕੀਤੀਆਂ ਜਾ ਸਕਦੀਆਂ ਨੇ। ਇਹ ਵਾਲੀ ਜਿਹੜੀ ਗੱਲ ਡਿਸਕ੍ਰਿਮੀਨੇਸ਼ਨ ਦੀ ਆਈ ਹੈ ਮਾਸਕ ਦੀ, ਇਹ ਇਨਡਾਇਰੈਕਟਲੀ ਹੋ ਗਈ ਹੈ, ਕਿਉਂਕਿ ਮੈਨੂਫੈਕਚਰਰ ਨੇ ਅਨਫੋਰਚੂਨੇਟਲੀ ਗਾਈਡਲਾਈਨ ਪਾ ਦਿੱਤੀ ਸੀਗੀ, ਤੇ ਜਿਸ ਨੂੰ ਅਸੀਂ ਓਵਰਟਰਨ ਕਰਨ ਦੀ ਕੋਸ਼ਿਸ਼ ਕਰਦੇ ਪਏ ਹਾਂ, ਤੇ ਆਪਣੇ ਤਰੀਕੇ ਦੇ ਨਾਲ ਸਾਇੰਟੀਫਿਕਲੀ ਅਸੀਂ ਇਹਨੂੰ ਅਪਰੋਚ ਕੀਤਾ ਹੈਗਾ। ਤੇ ਬਾਕੀ ਸਾਰੀਆਂ ਗੱਲਾਂ ਮੈਂ ਪਹਿਲਾਂ ਤੁਹਾਨੂੰ ਦਰਸ਼ਕਾਂ ਨੂੰ ਦੱਸ ਚੁੱਕਿਆ ਹੈਗਾ, ਇਹਨੂੰ ਕਿਸ ਤਰ੍ਹਾਂ ਅਸੀਂ ਟੈਕਲ ਕਰੀਏ। ਬਟ ਇਨ ਜਨਰਲ NHS ਵਰਗੀ ਪੋਜੀਸ਼ਨ ਜਿਹੜੀ ਹੈ, ਜਾਂ ਜਿਹੜੀ ਸੇਵਾ NHS ਕਰਦੀ ਹੈ, ਮੈਂ ਇੰਡੀਆ ਵਿੱਚ ਵੀ ਕੰਮ ਕੀਤਾ ਹੈਗਾ,
ਪੰਜਾਬ 'ਚ ਕੰਮ ਕੀਤਾ ਹੈ, ਉਹਦੇ ਬਾਅਦ ਮੈਂ ਅਮਰੀਕਾ ਵੀ ਕੰਮ ਕਰਕੇ ਆ ਚੁੱਕਿਆ। ਮੈਂ ਤੁਹਾਨੂੰ ਇੱਕ ਗੱਲ ਦਰਸ਼ਕਾਂ ਨੂੰ ਕਹਿ ਸਕਦਾ ਕਿ NHS ਵਰਗੀ ਇਹ ਕੋਈ ਸਰਵਿਸ ਨਹੀਂ ਦੇ ਸਕਦਾ ਜਿਹੜੀ ਫ੍ਰੀ ਹੈਗੀ ਹੈ ਸਾਰਿਆਂ ਵਾਸਤੇ। ਇਹ ਲੋਕੀ ਐਪਰੀਸ਼ੀਏਟ ਕਰਨ ਕਿ ਇੱਥੇ ਕੋਈ ਬਿਮਾਰ ਹੁੰਦਾ ਨੂੰ ਸੋਚਣਾ ਨਹੀਂ ਪੈਂਦਾ ਕਿ ਮੇਰੇ ਕੋਲ ਇੰਸ਼ੋਰੈਂਸ ਹੈ ਕਿ ਨਹੀਂ। ਇੰਡੀਆ ਵਿੱਚ ਜੇ ਤੁਹਾਡੀ ਜ਼ਮੀਨਾਂ ਵਿਕੇ ਜਾਂਦੀਆਂ ਨੇ, ਇੱਥੇ ਕਰੋੜਾਂ ਰੁਪਇਆ ਸਰਕਾਰ ਖਰਚ ਕਰ ਦਿੰਦੀ ਹੈ, ਇਹ ਨਹੀਂ ਦੇਖਦੀ ਕਿ ਤੁਹਾਡਾ ਰੰਗ ਕੀ ਹੈ ਤੇ ਤੁਸੀਂ ਕਿੱਥੋਂ ਦੇ ਆਏ ਹੋ। ਸੋ ਉਸ ਤਰ੍ਹਾਂ ਦੇਖਿਆ ਜਾਵੇ ਇੱਥੇ ਸਿਫਤਾਂ ਨੇ NHS ਵਾਸਤੇ ਮੇਰੇ ਮਨ ਵਿੱਚ। डॉक्टर साहब मैं थोड़ा शुक्राना करना। देखो काल चैनल हमेशा मैं तो बार बार लफ्ज़ कहना है कि अपने कम्यूनिटी का मुद्दा साਡਾ अपना मुद्दा, एक दूजे की मदद नहीं करांगे ये ਜਿਹੜੀ ਮੁਸੀਬਤਾਂ ਵੱਧਦੀਆਂ ਰਹਿਣਗੀਆਂ। ਸਾਡੀ ਬੜੀ ਲੋੜ ਆ ਤੁਹਾਡੇ ਵਰਗੇ, ਤੁਸੀਂ ਪ੍ਰੋਫੈਸ਼ਨਲ ਹੈਗੇ, ਬੜਾ ਕਮਿਊਨਿਟੀ ਦਾ ਨਾਮ ਕਮਾਉਂਦੇ ਹੋ। ਇਸੇ ਤਰ੍ਹਾਂ ਮੈਂ ਹਰ ਦਫਾ ਲੋਕਾਂ ਨੂੰ ਜਿਹੜੇ ਤੁਸੀਂ ਸਾਡੇ ਜਿੱਥੇ ਦੁਨੀਆ 'ਚ ਬੈਠੇ ਪ੍ਰੋਗਰਾਮ ਦੇਖਦੇ ਆ, ਪਲੀਜ਼ ਅਕਾਲ ਮੈਂ ਨਹੀਂ ਕਹਿੰਦਾ ਕਿ ਮੇਰਾ ਪ੍ਰੋਗਰਾਮ ਦੇਖਿਆ ਕਰੋ, ਅਕਾਲ ਚੈਨਲ ਵਾਚ ਕਰੋ। ਕੁਛ ਨਾ ਕੁਛ ਇੱਦਾਂ ਦੀ ਚੀਜ਼ ਹੁੰਦੀ ਹੈ ਕਿ ਤੁਹਾਡੇ ਬੈਨੀਫਿਟ ਹੋਏਗੀ, ਤੁਹਾਡਾ ਫਾਇਦਾ ਹੋਏਗਾ, ਤੁਹਾਡੇ ਬੱਚਿਆਂ ਦਾ ਫਾਇਦਾ ਹੋਏਗਾ, ਐਜੂਕੇਸ਼ਨ ਦਾ ਉਹਨਾਂ ਨੂੰ ਪਤਾ ਲੱਗੇਗਾ ਕਿਹੜੇ ਰਸਤੇ ਜਾਣਾ ਹੈ, ਕਿਹੜੀਆਂ ਤਕਲੀਫਾਂ ਆਉਂਦੀਆਂ ਤੇ ਪ੍ਰਪੇਅਰ ਹੋ ਜਾਂਦੇ ਨੇ। ਜਿੱਦਾਂ ਹੁਣ ਆਪਣੇ ਡਾਕਟਰ ਸਾਹਿਬ ਸ਼ੋਅ ਕਰ ਰਹੇ ਸੀਗੇ, ਉਹਨਾਂ ਨੂੰ ਪਲੇਟਫਾਰਮ ਆਫਰ ਕੀਤਾ ਗਿਆ ਔਰ ਦੇਖੋ ਆਪਣੇ ਲੇਡੀ ਸਿੰਘ ਨੇ ਪ੍ਰੋਗਰਾਮ ਦੇਖ ਕੇ ਉਹਨਾਂ ਨੇ ਅਪਰੋਚ ਕੀਤਾ। ਥੈਂਕ ਯੂ ਭੈਣ ਜੀ, ਤੁਹਾਡਾ ਸੋ ਮਚ। ਤੁਸੀਂ ਹਮੇਸ਼ਾ ਸਪੋਰਟ ਕਰਦੇ ਅਕਾਲ ਚੈਨਲ ਨੂੰ, ਉਮੀਦ ਰੱਖਦੇ ਤੁਸੀਂ ਇਸੇ ਤਰ੍ਹਾਂ ਸਪੋਰਟ ਕਰੋਗੇ। ਡਾਕਟਰ ਸਾਹਿਬ ਆਪਣਾ ਜਿਹੜਾ ਸ਼ੋਅ ਸੀਗਾ ਇਹਦੇ ਬਾਰੇ ਸੀਗਾ ਜੋ ਤੁਹਾਨੂੰ ਮਾਸਕ ਵਗੈਰਾ ਦੀ ਰਿਸਟ੍ਰਿਕਸ਼ਨ ਹੈਗੀ ਆ ਨਿਊ ਸਾਊਥ ਵੇਲਸ ਉਹਦੇ 'ਚ ਖੁੱਲ੍ਹ ਚੁੱਕਾ, ਪਹਿਲਾਂ ਉੱਥੇ ਸੀਗੀ ਕੈਨੇਡਾ ਵਿੱਚ ਖੁੱਲ੍ਹ ਚੁੱਕਾ, ਇੰਗਲੈਂਡ ਥੋੜ੍ਹੇ ਜ਼ਿਆਦਾ ਸਟ੍ਰਿਕਟ ਹੈਗੇ ਨੇ। ਇਕੱਠੇ ਜਿੱਦਾਂ ਭੈਣ ਜੀ ਨੇ ਕਿਹਾ ਹਮਲਾ ਮਾਰੋ, ਇਕੱਠੇ ਕਰੋ। ਵੀ ਡੋਂਟ ਵਾਂਟ ਟੂ ਬ੍ਰੇਕ ਕਿ ਇਹਨਾਂ ਦੇ ਰੂਲਸ ਰੈਗੂਲੇਸ਼ਨ। ਅਸੀਂ ਆਪਣਾ ਜੋ ਹੱਕ ਹੈ ਉਹ ਮੰਗਦੇ, ਕਿਉਂਕਿ ਨਾਲੇ ਹੱਕ ਵੀ ਸਾਡਾ ਬਣਦਾ ਵੀ ਹੈ। ਬੜੇ ਪ੍ਰੋਫੈਸ਼ਨਲ ਲੋਕ ਹੈਗੇ ਨੇ, ਡਾਕਟਰਾਂ ਦੀ ਕਮੀ ਹੈਗੀ ਹੈ ਬਹੁਤ ਬੇਸ਼ੁਮਾਰ। ਡਾਕਟਰ ਸਾਹਿਬ ਆਖਰ ਦੇ ਵਿੱਚ ਫਿਰ ਮੈਂ ਤੁਹਾਡਾ ਸ਼ੁਕਰਾਨਾ ਕਰਦਾ, ਪ੍ਰੇ ਕਰਾਂਗੇ, ਉਮੀਦ ਰੱਖਦੇ ਹਾਂ ਕਿ ਹੁਣ ਤੁਹਾਨੂੰ ਕੋਈ ਨਾ ਕੋਈ ਅੱਗੇ ਲਾਈਵ ਦਿਖਾਏਗੀ, ਕੋਈ ਨਾ ਕੋਈ ਤੁਹਾਡਾ ਭਲਾ ਹੋਏਗਾ। ਅਤੇ ਪਲੀਜ਼ ਕੀਪ ਇਨ ਟੱਚ। ਆਪਾਂ ਫਤਿਹ ਬੁਲਾਈਏ ਡਾਕਟਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।